ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੁਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ। ਇਹ ਇੱਕ ਜਾਣਿਆ ਪਛਾਣਿਆ ਤੱਥ ਹੈ ਕਿ ਕਿਸੇ ਵੀ ਦੇਸ਼ ਦਾ ਨੌਜਵਾਨ ਇੱਕ ਮਹਾਨ ਸੰਪਤੀ ਹੁੰਦਾ ਹੈ। ਉਹ ਸੱਚਮੁੱਚ ਦੇਸ਼ ਦਾ ਭਵਿੱਖ ਹਨ ਅਤੇ ਹਰ ਪੱਧਰ ਤੇ ਇਸ ਦੀ ਨੁਮਾਇੰਦਗੀ ਕਰਦੇ ਹਨ। ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ ਤੁਹਾਡੇ ਸੋਚਣ ਨਾਲੋਂ ਵੱਧ ਮਹੱਤਵਪੂਰਨ ਹੈ। ਦੂਜੇ ਸ਼ਬਦਾਂ ਵਿੱਚ ਨੌਜਵਾਨਾਂ ਦੀ ਬੁੱਧੀ ਅਤੇ ਕੰਮ ਦੇਸ਼ ਨੂੰ ਸਫਲਤਾ ਦੇ ਰਾਹ ਤੇ ਲੈ ਜਾਣਗੇ। ਜਿਵੇਂ ਹਰ ਨਾਗਰਿਕ ਬਰਾਬਰ ਜ਼ਿੰਮੇਵਾਰ ਹੈ, ਨੌਜਵਾਨ ਵੀ ਹੈ। ਉਹ ਦੇਸ਼ ਦੇ ਨਿਰਮਾਣ ਬਲਾਕ ਹਨ। ਸਵਾਗਤ ਹੈ ਤੁਹਾਡਾ ਸਾਡੇ ਨਵੇਂ ਪ੍ਰੋਗਰਾਮ ਯੂਥ ਕੈਫੇ ਦੇ ਵਿੱਚ, ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਯੁਵਾ ਪੀੜ੍ਹੀ ਦੇ ਨਾਲ ਹਕੀਕੀ ਮੁੱਦਿਆਂ ਤੇ, ਉਹਨਾਂ ਦੀ ਰਾਏ ਬਾਰੇ। What change they intend to bring so that they can come out to be productive citizens of technological nation. Why primary education according to you is important and how we can contribute in it? बिल्कुल तो I think primary education is very important and like that is how we all here are connected. ਅਸੀਂ ਫੀਲ ਕਰਦੇ ਹਾਂ ਕਿ ਜਿਹੜਾ ਬੱਚੇ ਦੀ ਫਾਊਂਡੇਸ਼ਨ ਹੈਗੀ ਹੈ, ਜਿਵੇਂ ਜੇ ਅਸੀਂ ਕੋਈ ਵੀ ਘਰ ਜਾਂ ਬਿਲਡਿੰਗ ਬਣਾਉਣਾ ਸ਼ੁਰੂ ਕਰੀਏ ਤਾਂ ਉਹਦੀ ਜਿਹੜੀ ਨੀਂਵ ਹੈਗੀ ਹੈ ਉਹ ਪੱਕੀ ਹੋਣੀ ਚਾਹੀਦੀ ਹੈ। ਉਹਦੇ ਬਾਅਦ ਬੱਚਾ ਜਿਹੜਾ ਹੈਗਾ ਉਹ ਨਵੀਆਂ ਚੀਜ਼ਾਂ ਅਕਵਾਇਰ ਕਰ ਸਕਦਾ ਹੈ। ਜੇ ਉਹਨੂੰ ਇੱਕ ਵਾਰ ਰਾਸਤਾ ਮਿਲ ਜਾਵੇ ਫਿਰ ਉਹ ਚੀਜ਼ਾਂ ਆਪਣੇ ਆਪ ਐਕਸਪਲੋਰ ਕਰ ਸਕਦਾ ਹੈ। ਬਟ ਉਸਨੂੰ ਕੇਪੇਬਲ ਬਣਾਉਣਾ ਕਿ ਉਹ ਐਟਲੀਸਟ ਪੜ੍ਹ ਪਾਏ, ਹੈ ਨਾ। ਕਹਿੰਦੇ ਆ 3rd ਸਟੈਂਡਰਡ ਇਜ਼ ਦ ਸਟੈਂਡਰਡ ਵੇਅਰ ਦ ਚਾਈਲਡ ਸ਼ੁੱਡ ਬੀ ਏਬਲ ਟੂ ਰੀਡ ਟੂ ਲਰਨ ਸੋ ਦੈਟ ਦ ਚਾਈਲਡ ਲਰਨਸ ਰੀਡਸ ਟੂ ਲਰਨ, ਹੈ ਨਾ। ਮਤਲਬ ਜੇ 3rd ਸਟੈਂਡਰਡ 'ਚ ਬੱਚਾ ਰੀਡ ਕਰ ਸਕਦਾ ਹੈ ਤਾਂ ਅੱਗੇ ਜਾ ਕੇ ਬੱਚਾ ਹੋਰ ਚੀਜ਼ਾਂ ਅਕਵਾਇਰ ਕਰ ਸਕਦਾ ਹੈ ਉਹ ਰੀਡਿੰਗ ਸਕਿੱਲਸ ਨਾਲ। ਬਟ ਜੇ ਬੱਚੇ ਨੂੰ ਪੜ੍ਹਨਾ ਹੀ ਨਹੀਂ ਆ ਰਿਹਾ, ਜੇ ਬੱਚੇ ਨੂੰ ਬੇਸਿਕ ਆਪਣੀ ਕੈਲਕੂਲੇਸ਼ਨਸ ਨਹੀਂ ਆ ਰਹੀ ਹੈ, ਬੱਚਾ ਪੜ੍ਹਾਈ ਨੂੰ ਆਪਣੀ ਲਾਈਫ ਵਿੱਚ ਅਪਲਾਈ ਨਹੀਂ ਕਰ ਪਾ ਰਿਹਾ, ਤਾਂ ਉਹ ਐਕਚੁਅਲੀ ਫਿਰ ਅੱਗੇ ਜਾ ਕੇ ਕਿਵੇਂ ਆਪਣੇ ਆਪ ਦੀ ਪੂਰੀ ਪੋਟੈਂਸ਼ੀਅਲ ਐਕਸਪਲੋਰ ਕਰ ਪਾਏ। So what is the role of teachers and parents regarding the same? I think role of teachers and parents is the most important role. ਬੱਚਾ 6 ਤੋਂ 7 ਘੰਟੇ ਸਕੂਲ ਵਿੱਚ ਰਹਿੰਦਾ ਹੈ ਨਾ, ਤਾਂ ਉੱਥੇ ਟੀਚਰ ਗਾਈਡ ਕਰਦੀ ਹੈ ਉਹ ਬੱਚੇ ਨੂੰ। ਇੱਕ ਸਟਰਕਚਰਲ ਐਜੂਕੇਸ਼ਨ ਹੁੰਦੀ ਹੈ, ਉਹਦੇ ਡਿਫਰੈਂਟ ਐਸਪੈਕਟਸ ਹੁੰਦੇ ਆ ਜਿਹੜੇ ਹਰ ਕਲਾਸ ਵਿੱਚ ਬੱਚਾ ਕਵਰ ਕਰਦਾ, ਇੱਕ ਕਰਿਕੂਲਮ ਹੁੰਦਾ ਹੈ ਨਾ। ਅਤੇ ਪੇਰੈਂਟਸ ਦਾ ਰੋਲ ਇੱਥੇ ਆਉਂਦਾ ਹੈ ਕਿ ਜਦ ਉਹ ਸਟਰਕਚਰਲ ਐਜੂਕੇਸ਼ਨ ਤੋਂ ਬਾਹਰ ਹੈਗਾ ਤਾਂ ਪੇਰੈਂਟਸ ਕਨੈਕਟ ਕਰ ਪਾਉਣ ਕਿ ਜੇ ਤੁਸੀਂ ਸਪੋਜ਼ਿੰਗ ਪਾਣੀ ਬਾਰੇ ਸਿੱਖਿਆ ਹੈਗਾ ਹੈ ਨਾ ਕਲਾਸ ਵਿੱਚ ਅੱਜ, ਤਾਂ ਪਾਣੀ ਐਕਚੁਅਲ 'ਚ ਤੁਹਾਨੂੰ ਕਿੱਥੇ ਦਿਖ ਰਿਹਾ ਹੈ। ਉਹ ਟੀਚਰਸ ਦਾ ਵੀ ਰੋਲ ਹੈਗਾ, ਉਹ ਪੇਰੈਂਟਸ ਦਾ ਵੀ ਰੋਲ ਹੈਗਾ ਹੈ। ਮੋਰਲ ਐਜੂਕੇਸ਼ਨ ਐਕਚੁਅਲੀ ਜਿੱਥੇ ਪਲੇ ਆਊਟ ਹੋ ਰਹੀ ਹੈ, ਸਿਰਫ ਇੱਦਾਂ ਨਹੀਂ ਕਿ ਉਹ ਬੁੱਕਸ ਵਿੱਚ ਰਹਿ ਜਾਵੇ ਬੱਚੇ ਵਾਸਤੇ, ਬਟ ਦ ਬੱਚਾ ਇਜ਼ ਏਬਲ ਟੂ ਸੀ ਕਿ ਉਹ ਐਜੂਕੇਸ਼ਨ ਕਿੱਥੇ ਪਲੇ ਆਊਟ ਹੋ ਰਹੀ ਹੈ in his or her everyday life. So I think that role is the role of the teacher and the parent. Absolutely. ਅੱਛਾ, ਐਜੂਕੇਸ਼ਨ ਸਿਸਟਮ ਨੂੰ ਤੁਸੀਂ ਸਾਰਿਆਂ ਨੇ ਬਹੁਤ ਕਰੀਬ ਨਾਲ ਦੇਖਿਆ, ਪਰਖਿਆ। ਤੁਹਾਡੇ ਹਿਸਾਬ ਨਾਲ ਕੀ ਲੂਪ ਹੋਲਸ ਨੇ ਫਿਲਹਾਲ ਹਾਲ ਦੀ ਘੜੀ ਦੇ ਵਿੱਚ ਸਿਸਟਮ ਦੇ ਵਿੱਚ, ਕਿ ਬੈਚ ਪ੍ਰਾਇਮਰੀ ਐਜੂਕੇਸ਼ਨ ਲੈਣ ਤੋਂ ਬਾਅਦ ਉੱਠ ਕੇ ਦੇ ਆਰ ਗੋਇੰਗ ਬ੍ਰੇਨ ਡਰੇਨ ਇਜ਼ ਐਵੀਡੈਂਟ। ਕੀ ਲੱਗਦਾ ਤੁਹਾਨੂੰ, ਕੀ ਲੂਪ ਹੋਲਸ ਨੇ? ਲੂਪ ਹੋਲਸ ਤਾਂ ਕਾਫੀ ਨੇ। ਉਹਦੇ 'ਤੇ ਪਹਿਲਾਂ ਇੱਕ ਜਿਹੜੀ ਗਗਨ ਗੱਲ ਕਰ ਰਹੇ ਸੀ ਉਹਦੇ 'ਤੇ ਮੈਂ ਇੱਕ ਐਡ ਕਰ ਦੇਣਾ ਚਾਹੁੰਦਾ। ਐਜੂਕੇਸ਼ਨ ਕ੍ਰਾਈਸਿਸ ਦੀ ਆਪਾਂ ਗੱਲ ਕਰ ਰਹੇ ਸੀ, ਉਸਦਾ ਇੱਕ ਇਹ ਵੀ ਹੈਗਾ ਕਿ ਅਸੀਂ ਉਹ ਪ੍ਰਾਇਮਰੀ ਐਜੂਕੇਸ਼ਨ ਜਿਹੜੀ ਕੁਆਲਿਟੀ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਮਿਲਣੀ ਚਾਹੀਦੀ ਹੈ ਉਹ ਹਰ ਇੱਕ ਲਾਸਟ ਬੱਚੇ ਤੱਕ ਪਹੁੰਚ ਰਹੀ ਹੈ, ਇਹਦਾ ਵੀ ਇੱਕ ਗੱਲ ਕਰਨੀ ਬਣਦੀ ਹੈ। ਕਿਉਂਕਿ ਅੱਜ ਦੇ ਡੇਟ ਦੇ ਵਿੱਚ ਅਸੀਂ ਦੇਖਦੇ ਹਾਂ ਜਿਹੜੇ ਪਿੰਡਾਂ ਦੇ ਬੱਚੇ ਨੇ, ਜਿਹੜੇ ਹਰ ਇੱਕ ਕਮਿਊਨਿਟੀ ਦੀ ਗੱਲ ਕਰੀਏ ਤਾਂ ਉਹ ਪ੍ਰਾਇਮਰੀ ਸਕੂਲ ਦੇ ਵਿੱਚ ਜਾਂਦੇ ਆ, ਜਿਹੜੇ ਬਿਲੋ ਦਾ ਪਾਵਰਟੀ ਲਾਈਨਸ ਨੇ, ਅਤੇ ਉਹ ਪਿੰਡਾਂ ਦੇ ਵਿੱਚ ਸਰਕਾਰੀ ਸਕੂਲ ਹੀ ਉਹਨਾਂ ਕੋਲ ਇੱਕ ਸੋਰਸ ਹੈਗਾ। ਪ੍ਰਾਈਵੇਟ ਸਕੂਲ ਹਰ ਇੱਕ ਦੇ ਐਕਸੈਸ ਦੇ ਵਿੱਚ ਨਹੀਂ ਹੁੰਦਾ ਹੈਗਾ। ਤਾਂ ਕੋਸ਼ਿਸ਼ ਕੀਤੀ ਜਾਵੇ ਜੇ ਇਸ ਚੀਜ਼ ਨੂੰ ਕਿ ਸਾਰੇ ਬੱਚੇ ਉਹਨਾਂ ਨੂੰ ਕੁਆਲਿਟੀ ਐਜੂਕੇਸ਼ਨ ਮਿਲ ਪਾਵੇ ਪ੍ਰਾਇਮਰੀ ਸਕੂਲ ਦੇ ਵਿੱਚ ਹੀ, ਤਾਂ ਉਹ ਜਿਹੜਾ ਕ੍ਰਾਈਸਿਸ ਅਸੀਂ ਵਰਡ ਬੋਲਦੇ ਆ ਨਾ, ਉਹ ਕਿਤੇ ਹੱਦ ਤੱਕ ਉਹ ਖਤਮ ਹੋ ਜਾਂਦਾ। ਪਰ ਉਹ ਕੁਆਲਿਟੀ, ਇਹ ਸਮਝਾਓ, ਕੁਆਲਿਟੀ ਐਜੂਕੇਸ਼ਨ ਦੀ ਆਪਾਂ ਬਹੁਤ ਗੱਲ ਕਰਦੇ ਆ ਨਾ। ਆਈ ਰੀਅਲੀ ਵਾਂਟ ਟੂ ਨੋ ਲੇਮੈਨ ਲੈਂਗੁਏਜ 'ਚ ਕੁਆਲਿਟੀ ਐਜੂਕੇਸ਼ਨ ਵਾਟ ਅਕੋਰਡਿੰਗ ਟੂ ਯੂ ਇਜ਼ ਕੁਆਲਿਟੀ ਐਜੂਕੇਸ਼ਨ ਜੀ, ਕੀ ਸਮਝਦੇ ਹੋ ਤੁਸੀਂ ਇਹਦੇ ਬਾਰੇ? ਤੋ ਆਈ ਥਿੰਕ ਉਹੀ ਜਿਵੇਂ ਮੈਂ ਗੱਲ ਕਰ ਰਹੀ ਸੀ ਕਿ ਐਜੂਕੇਸ਼ਨ ਕਿਤਾਬਾਂ ਵਿੱਚ ਨਾ ਰਹੇ, ਹੈ ਨਾ। ਬੱਚਾ ਦੇਖ ਪਾਏ ਐਜੂਕੇਸ਼ਨ ਨੂੰ ਆਪਣੀ ਰੋਜ਼ਮर्रा ਜ਼ਿੰਦਗੀ ਵਿੱਚ। ਇੱਕ ਟਰਮ ਯੂਜ਼ ਕਰਦੇ ਹਾਂ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਵਿੱਚ ਵੀ ਆਈ ਹੈ, ਪ੍ਰੋਜੈਕਟ ਬੇਸਡ ਲਰਨਿੰਗ, ਹੈ ਨਾ। ਮਤਲਬ ਉਹ ਪ੍ਰੋਜੈਕਟ ਕੀ ਹੈਗਾ ਕਿ ਐਕਚੁਅਲੀ ਬੱਚਾ ਚੀਜ਼ਾਂ ਬਾਹਰ ਹੁੰਦੇ ਹੋਏ ਦੇਖ ਪਾਏ, ਆਪਣੀ ਜਿਹੜੀ ਲਾਈਫ ਹੈ ਉਸਨੂੰ ਐਜ਼ ਅ ਬੁੱਕ ਬੱਚਾ ਪੜ੍ਹ ਪਾਏ, ਹੈ ਨਾ। ਸਿਰਫ ਬੁੱਕਸ ਹੀ ਨਹੀਂ ਬਟ ਜਿਹੜੀ ਉਹਦੀ ਇੰਟਰੈਕਸ਼ਨਸ ਹੋ ਰਹੀਆਂ ਨੇ ਬੜਿਆਂ ਨਾਲ, ਛੋਟਿਆਂ ਨਾਲ, ਪ੍ਰੈਕਟੀਕਲੀ ਇੰਪਲੀਮੈਂਟ ਕਰ ਸਕੇ। ਐਗਜ਼ੈਕਟਲੀ ਉਹ ਮਤਲਬ ਲਾਈਕ ਦੈਟ ਵਨ ਵਰਡ ਕਮਸ ਟੂ ਮੀ ਵੈਨ ਵੀ ਕਾਲ ਆਫ ਕੁਆਲਿਟੀ ਐਜੂਕੇਸ਼ਨ। ਤੁਸੀਂ ਦੱਸ ਰਹੇ ਸੀ। ਦੂਸਰਾ ਇਹਦੇ ਵਿੱਚ ਇਹ ਵੀ ਹੈਗਾ ਵੀ ਕੁਆਲਿਟੀ ਐਜੂਕੇਸ਼ਨ ਦੇ ਵਿੱਚ ਤੇ ਮੁੱਢਲੀ ਜਿਹੜੀ ਸਿੱਖਿਆ ਜਿਹਨੂੰ ਆਪਾਂ ਪ੍ਰਾਇਮਰੀ ਐਜੂਕੇਸ਼ਨ ਕਹਿੰਦੇ ਆ,
ਉਹਦੇ ਦੋ ਮਤਲਬ ਜਿਹੜੇ ਸਾਨੂੰ ਆਊਟਕਮ ਦਿਖਦੇ ਹੁੰਦੇ, ਇੱਕ ਤਾਂ ਹੈਗਾ ਉਹ ਸਮਾਜ ਦੇ ਵਿੱਚ ਵਿਚਰਨਯੋਗ ਹੋ ਜਾਵੇ ਬੱਚਾ। ਵਿਚਰਨਯੋਗ ਜਦੋਂ ਉਹਨੂੰ ਇੱਕ ਲੈਂਗੁਏਜ ਆ ਗਈ ਹੈ, ਲਿਖਣੀ, ਪੜ੍ਹਨੀ, ਬੋਲਣੀ, ਸਮਝਣੀ, ਤਾਂ ਉਹ ਉਹਨਾਂ ਤੇ ਸਮਝ ਕੇ ਉਹਨਾਂ ਤੇ ਰਿਐਕਟ ਕਰ ਸਕਦਾ। ਤੇ ਕਿੱਦਾਂ ਉਹ ਰਿਐਕਟ ਕਰੇਗਾ, ਇਹ ਡਿਪੈਂਡ ਕਰੇਗਾ ਕਿੰਨੀ ਉਹਦੀ ਕੁਆਲਿਟੀ ਐਜੂਕੇਸ਼ਨ ਹੋਈ ਹੈ। ਇਹ ਮਤਲਬ ਕਿੰਨਾ ਉਹ ਸੱਭਿਅਕ ਇਨਸਾਨ ਬਣੇਗਾ, ਤਾਂ ਉਹਦੀ ਪ੍ਰਾਇਮਰੀ ਐਜੂਕੇਸ਼ਨ ਤੇ ਹੀ ਡਿਪੈਂਡ ਕਰੇਗਾ। ਤੇ ਦੂਸਰਾ ਇਹਦਾ ਜਿਹੜਾ ਮੋਟਿਵ ਰਹਿੰਦਾ ਕਿ ਉਹ ਕਿੱਦਾਂ ਦੀ ਉਹਨੂੰ ਇੰਪਲੋਇਮੈਂਟ ਕਿੱਦਾਂ ਦੀ ਬਣੇਗੀ, ਉਹਦਾ ਫਾਈਨੈਂਸ਼ੀਅਲ ਵੀ ਉਹ ਸਟਰੋਂਗ ਹੋਣਾ ਚਾਹੀਦਾ। ਤਾਂ ਉਸ ਚੀਜ਼ ਤੇ ਡਿਪੈਂਡ ਕਰੇਗਾ ਉਹਦਾ ਜਿਹੜਾ ਪ੍ਰਾਇਮਰੀ ਲੈਵਲ ਆ ਉਹ ਕਿੰਨਾ ਸਟਰੋਂਗ ਹੈਗਾ, ਉਹ ਕੁਆਲਿਟੀ ਕਿੰਨੀ ਅੱਛੀ ਹੈ। ਇਹ ਡਿਪੈਂਡ ਨਹੀਂ ਕਰੇਗਾ ਕਿ ਕਾਲਜ ਕਿੰਨਾ ਅੱਛਾ ਹੈ, ਉਹਦੀ ਪ੍ਰਾਇਮਰੀ ਜਿਹੜੀਆਂ ਜੜ੍ਹਾਂ ਨੇ ਉਹ ਜੜ੍ਹਾਂ ਕਿੰਨੀਆਂ ਸਟਰੋਂਗ ਬਣਾਈਆਂ ਗਈਆਂ, ਫਾਊਂਡੇਸ਼ਨ ਲਰਨਿੰਗ ਹੈ ਜਿਹੜੀ ਉਹ ਕਿੰਨੀ ਅੱਛੀ ਹੋਈ ਹੈ, ਇਹ ਉਤੇ ਡਿਪੈਂਡ ਕਰੇਗਾ। ਬਿਲਕੁਲ। ਲੂਪ ਹੋਲਸ ਦੀ ਗੱਲ ਕਰ ਰਹੇ ਸੀ ਤੁਸੀਂ। ਹਾਂ, ਲੂਪ ਹੋਲਸ ਐਕਚੁਅਲੀ ਲੂਪ ਹੋਲਸ ਤੇ ਗੱਲ ਕਰਾਂ ਤਾਂ ਕਾਫੀ ਸਾਰੇ ਨੇ। ਲੂਪ ਹੋਲਸ ਜਿਹੜੇ ਡਿਪਾਰਟਮੈਂਟਲ ਲੈਵਲ ਤੇ ਵੀ ਹੈਗੇ ਨੇ, ਜੇ ਕਮਿਊਨਿਟੀ ਦੇ ਲੈਵਲ ਤੇ ਉਹ ਵੀ ਹੈਗੇ ਨੇ। ਜਿਹੜੇ ਤੁਸੀਂ ਐਕਸਪੀਰੀਅੰਸ ਕੀਤੀਆਂ, ਜਿਹੜੇ ਤੁਹਾਨੂੰ ਲੱਗਦਾ ਹੈ ਐਵੀਡੈਂਟ ਨੇ, ਜਿਹੜੇ ਐਕਚੁਅਲੀ ਡਿਫਰੈਂਸ ਮੇਕ ਕਰ ਰਹੇ ਨੇ। ਹਾਂ, ਜਿਸ ਉਹਦੇ ਨਾਲ ਪਹਿਲਾਂ ਮੈਂ ਗੱਲ ਕਰਦਾ ਜਿਹੜੀ ਸਾਡੀ ਸੰਸਥਾ ਹੈ ਸਾਂਝੀ ਸਿੱਖਿਆ, ਉਹ 3 ਲੈਵਲ ਤੇ ਅਸੀਂ ਕੰਮ ਕਰਦੇ ਹਾਂ। ਇੱਕ ਤਾਂ ਸਕੂਲ ਦੇ ਪੱਧਰ ਤੇ ਪ੍ਰਾਇਮਰੀ ਸਕੂਲ ਦੇ ਨਾਲ ਅਸੀਂ ਡਾਇਰੈਕਟਲੀ ਕੰਮ ਕਰਦੇ ਹਾਂ। ਦੂਸਰਾ ਹੈਗਾ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ, ਟੀਚਰਸ ਦੇ ਨਾਲ, ਬਾਕੀ ਜਿਹੜੇ ਸਟੇਕ ਹੋਲਡਰਸ ਨੇ, ਬਾਕੀ ਭਾਗੀਦਾਰ ਨੇ, ਉਹਨਾਂ ਨਾਲ ਅਸੀਂ ਡਾਇਰੈਕਟਲੀ ਇਨਵੋਲਵ ਹੁੰਦੇ ਹਾਂ। ਤੀਸਰਾ ਹੈਗਾ ਜਿਹੜੀ ਪੰਚਾਇਤ ਜਿਹੜੀ ਹੈਗੀ ਆ, ਜਿਹੜੀ ਇੱਕ ਸਟਰਕਚਰ ਬਣਿਆ ਹੋਇਆ ਪੰਚਾਇਤੀ ਦਾ ਸਿਸਟਮ ਦਾ, ਪੰਚਾਇਤ ਨਾਲ ਅਸੀਂ ਇਨਵੋਲਵ ਕਰਦੇ ਹਾਂ, ਹੈ ਨਾ। ਤੇ ਜੇ ਲੂਪ ਹੋਲਸ ਦੀ ਗੱਲ ਕਰੀਏ ਤਾਂ ਲੂਪ ਹੋਲਸ ਸਾਡੇ ਲਾਅ ਦੇ ਵਿੱਚ ਕੋਈ ਜ਼ਿਆਦਾ ਲੂਪ ਹੋਲਸ ਨਹੀਂ ਹੈਗੇ। ਰਾਈਟ ਟੂ ਐਜੂਕੇਸ਼ਨ ਐਕਟ ਹੈਗਾ, ਪੰਚਾਇਤੀ ਰਾਜ ਐਕਟ ਹੈਗਾ, ਡਿਪਾਰਟਮੈਂਟ ਬਹੁਤ ਅੱਛਾ ਕੰਮ ਕਰ ਰਿਹਾ ਹੈ। ਬਟ ਲੂਪ ਹੋਲਸ ਉੱਥੇ ਆ ਜਾਂਦੇ ਆ ਕਿ ਉਹਨਾਂ ਦਾ ਜਿਹੜਾ ਸਟਰਕਚਰਲ ਢਾਂਚਾ ਜਿੱਦਾਂ ਦਾ ਬਣਾਇਆ ਗਿਆ, ਜਿੱਦਾਂ ਉਹਨਾਂ ਦਾ ਕੰਮ ਹੋਣਾ ਚਾਹੀਦਾ ਪ੍ਰੋਸੀਜਰ, ਉਹ ਉੱਦਾਂ ਨਹੀਂ ਹੋ ਪਾਉਂਦਾ। ਜਿੱਦਾਂ ਆਪਾਂ ਗੱਲ ਕਰੀਏ ਇੱਕ ਪਾਲਿਸੀ ਬਣਾ ਦਿੱਤੀ ਜਾਂਦੀ ਆ, ਉਸ ਗਰਾਊਂਡ ਤੇ ਆਉਂਦੇ ਉਹ ਪਾਲਿਸੀ ਦਾ ਕੁਝ ਹੋਰ ਹੀ ਬਣ ਜਾਂਦਾ ਹੈ। ਇੰਪਲੀਮੈਂਟੇਸ਼ਨ ਹੈ ਜਿਹੜੀ ਉਹ ਪਾਲਿਸੀ ਦੀ ਨਹੀਂ ਹੋ ਪਾਉਂਦੀ। ਤੇ ਦੂਸਰਾ ਹੈਗਾ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ, ਪਿੰਡਾਂ ਦੇ ਜਿਹੜੇ ਬੱਚੇ ਨੇ, ਉਹ ਗਰੀਬ ਘਰਾਂ ਦੇ ਬੱਚੇ, ਜਾਂ ਆਪਾਂ ਕਹਿ ਦਈਏ ਜਿਹੜੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਪੜ੍ਹ ਰਹੇ ਨੇ, ਉਹਨਾਂ ਦੀ ਡਾਇਰੈਕਟਲੀ ਜਿਹੜੀ ਅੰਗੇਜਮੈਂਟ ਆ ਪਿੰਡਾਂ ਦੀ ਸਰਕਾਰ ਦੇ ਨਾਲ। ਪਿੰਡ ਦੀ ਸਰਕਾਰ ਪੰਚਾਇਤ ਹੈ, ਤਾਂ ਪੰਚਾਇਤ ਦੀ ਜਿਹੜੀ ਇਨਵੋਲਵਮੈਂਟ ਹੈ ਪਿੰਡ ਦੇ ਸਕੂਲ ਨਾਲ, ਉਹ ਕਿੰਨੀ ਹੋਰ ਬਿਹਤਰ ਹੋ ਸਕਦੀ ਹੈ। ਜਦ ਕਿ ਉਹ ਬਹੁਤ ਵੱਡਾ ਲੂਪ ਹੋਲ ਹੈ, ਜੋ ਕਿ ਪਹਿਲਾਂ ਸੀਗਾ ਵੀ ਪਿੰਡ ਦਾ ਸਕੂਲ ਪਿੰਡ ਦਾ ਮਾਣ ਵਾਲੀ ਗੱਲ ਹੁੰਦੀ ਸੀਗੀ, ਬਟ ਉਹ ਕਿਤੇ ਖੋ ਗਈ ਹੈ। ਉਹ ਵੀ ਇੱਕ ਬਹੁਤ ਵੱਡਾ ਲੂਪ ਹੋਲ ਹੈ ਕਿ ਐਜੂਕੇਸ਼ਨ ਨੂੰ ਲੈਣ ਲਈ ਬੱਚੇ ਪਿੰਡ ਤੋਂ ਬਾਹਰ ਜਾਂਦੇ ਨੇ, ਸ਼ਹਿਰ ਦੇ ਵਿੱਚ ਜਾਂਦੇ ਨੇ, ਇੰਨੇ ਰਿਸੋਰਸਿਸ ਖਰਾਬ ਕਰਦੇ ਨੇ, ਉਹ ਇੱਕ ਲੂਪ ਹੋਲ ਹੋ ਜਾਂਦਾ ਉੱਥੇ। ਡਿਪਾਰਟਮੈਂਟਲ ਲੈਵਲ ਤੇ ਅਗਰ ਗੱਲ ਕਰੀਏ ਤਾਂ ਸਕੂਲਾਂ ਦੀ ਵੀ ਕਮੀ ਹੈ, ਤੇ ਸਕੂਲਾਂ ਦੇ ਵਿੱਚ ਟੀਚਰਸ ਦੀ ਵੀ ਕਮੀ ਹੈਗੀ ਹੈ। ਇਹ ਵੀ ਇੱਕ ਇਸ਼ੂ ਹੈਗਾ ਹੀ ਹੈਗਾ। ਬਟ ਉਸ ਤੋਂ ਵੱਡਾ ਜਿਹੜਾ ਇਸ਼ੂ ਹੈਗਾ ਕਿ ਕਮਿਊਨਿਟੀ ਦੀ ਪਾਰਟਿਸਿਪੇਸ਼ਨ ਹੈ, ਉਹ ਵਧਣੀ ਚਾਹੀਦੀ ਹੈ, ਉਹ ਨਹੀਂ ਵੱਧ ਰਹੀ। ਟੀਚਰ ਦੀ ਕਮੀ ਵੀ ਪੂਰੀ ਹੋ ਜਾਏਗੀ ਜਦੋਂ ਕਮਿਊਨਿਟੀ ਆਵਾਜ਼ ਉਠਾਏਗੀ ਸਾਡੇ ਸਕੂਲ ਦੇ ਵਿੱਚ ਟੀਚਰ ਨਹੀਂ ਹੈਗਾ। ਤੇ ਮਤਲਬ ਇੱਦਾਂ ਇਹ ਡਾਇਰੈਕਟਲੀ ਲਿੰਕ ਹੈਗੀਆਂ ਨੇ। ਡਿਪਾਰਟਮੈਂਟਲ ਲੈਵਲ ਤੇ ਬਹੁਤ ਚੰਗੀਆਂ ਪਾਲਿਸੀਜ਼ ਬਣੀਆਂ ਹੋਈਆਂ ਨੇ, ਉਹ ਕੰਮ ਕਰਦੀਆਂ ਨੇ। ਮਤਲਬ ਜਦੋਂ ਗਰਾਊਂਡ ਤੇ ਆਉਂਦੀਆਂ ਨੇ ਤਾਂ ਉਹ ਕਿੱਦਾਂ ਹੋ ਜਾਂਦੀਆਂ, ਉਹ ਪਾਲਿਸੀਜ਼ ਐਗਜ਼ਿਸਟਿੰਗ ਨੇ, ਪਰ ਇੰਪਲੀਮੈਂਟੇਸ਼ਨ 'ਚ ਪ੍ਰੋਬਲਮ ਹੈ, ਗਰਾਊਂਡ ਲੈਵਲ ਤੇ ਪ੍ਰੋਬਲਮ ਹੈ। ਐਮਪਲੋਇਮੈਂਟ ਓਪਰਚੁਨਿਟੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਮਤਲਬ ਇਹ ਜਿਹੜਾ ਬ੍ਰੇਨ ਡਰੇਨ ਦਾ ਕਨਸੈਪਟ ਹੈ, ਇਜ਼ ਇਟ ਜਸਟ ਆਊਟ ਆਫ ਕ੍ਰੇਜ਼? ਇਹ ਰਿਪਲਸਿਵ ਐਟੀਟਿਊਡ ਹੈ ਜਿਹੜਾ ਯੂਥ ਦਾ, ਤੁਹਾਨੂੰ ਕੀ ਲੱਗਦਾ? ਵਾਟ ਇਜ਼ ਦ ਰੀਜ਼ਨ? ਐਮਪਲੋਇਮੈਂਟ ਓਪਰਚੁਨਿਟੀਜ਼ ਦਾ ਸਟੇਟਸ ਕੀ ਹੈ ਐਕਚੁਅਲੀ? ਆਈ ਰੀਅਲੀ ਵਾਂਟ ਟੂ ਆਸਕ ਯੂ। ਇਹ 'ਚ ਮੈਮ ਕੋਈ ਦੋ ਰਾਏ ਨਹੀਂ ਹੈਗੀ, ਅਨਐਮਪਲੋਇਮੈਂਟ ਪੰਜਾਬ 'ਚ ਬਹੁਤ ਜ਼ਿਆਦਾ ਹੈਗੀ ਆ। ਅਗਰ ਟੌਪ 5 ਸਟੇਟ ਅਸੀਂ ਗੱਲ ਕਰੀਏ ਜਿਨ੍ਹਾਂ 'ਚ ਸਭ ਤੋਂ ਜ਼ਿਆਦਾ ਅੰਪਲੋਇਮੈਂਟ ਆ, ਤਾਂ ਪੰਜਾਬ 5ਵੇਂ ਨੰਬਰ 'ਤੇ ਆਉਂਦਾ ਇੰਡੀਆ ਦੇ ਵਿੱਚ। ਤੇ ਮਤਲਬ ਪਿਛਲੇ 5 ਸਾਲਾਂ 'ਚ ਬਹੁਤ ਮਤਲਬ ਮਾੜੇ ਹਾਲ 'ਚ ਅਸੀਂ ਗੱਲ ਕਰੀਏ ਤਾਂ ਜਾ ਰਹੇ ਹਾਂ ਵੀ ਅਨਐਮਪਲੋਇਮੈਂਟ ਬਹੁਤ ਜ਼ਿਆਦਾ ਹੈਗੀ ਆ। ਜਿਸ ਦਾ ਦੂਸਰਾ ਰੀਜ਼ਨ ਹੈਗਾ ਕਿ ਬ੍ਰੇਨ ਡਰੇਨ ਹੋ ਰਿਹਾ। ਲੋਕੀ ਇੱਥੋਂ ਕਹਿੰਦੇ ਵੀ ਇੱਥੇ ਕੁਛ ਨਹੀਂ ਹੈਗੀ। ਇਹ ਗੱਲ ਹੁੰਦੀ ਆ ਵੀ +2 ਕੀਤੀ, ਗ੍ਰੈਜੂਏਸ਼ਨ ਕੀਤੀ, ਬਾਹਰ ਜਾ ਕੇ ਕੁਛ ਵੀ ਕਰਾਂਗੇ, ਸੈੱਟ ਹੋ ਜਾਵਾਂਗੇ। ਇੱਥੇ ਫਾਈਨੈਂਸ਼ੀਅਲ ਸਟੇਬਿਲਿਟੀ ਨਹੀਂ ਹੋ ਪਾਉਂਦੀ। ਇਹਦੇ ਵਿੱਚ ਦੋ ਰਾਏ ਕੋਈ ਨਹੀਂ ਹੈਗੀ, ਉਹ ਹੈਗੀ ਹੈ। ਬਟ ਉਹ ਕਿਉਂ ਹੈਗੀ ਹੈ? ਦੂਸਰਾ ਇਹਦੇ ਵਿੱਚ ਇਹ ਗੱਲ ਹੈ ਕਿ ਐਜੂਕੇਸ਼ਨ ਸਾਡੀ ਦੀ ਕੁਆਲਿਟੀ ਐਜੂਕੇਸ਼ਨ ਕਿਤੇ ਨਾ ਕਿਤੇ ਅਸੀਂ ਉਹਦੇ ਵਿੱਚ ਲੈਕ ਕਰ ਰਹੇ ਹਾਂ, ਜਿਹੜੀ ਆਪਾਂ ਪਹਿਲਾਂ ਗੱਲ ਕੀਤੀ। ਪਰ ਉਹ ਕੁਆਲਿਟੀ ਐਜੂਕੇਸ਼ਨ, ਜਿਹੀ ਵੀ ਐਜੂਕੇਸ਼ਨ ਇੱਥੇ ਲੈ ਰਹੇ ਹਾਂ, ਉਹ ਇੰਨੀ ਕਾਮਯਾਬ ਨਹੀਂ ਹੈਗੀ ਵੀ ਅਸੀਂ ਇੱਥੇ ਕੁਆਲਿਟੀ ਐਮਪਲੋਇਮੈਂਟ ਲੈ ਸਕੀਏ। ਫਿਰ ਉਹ ਬਾਹਰ ਜਾ ਕੇ ਕੀ ਕਰਦੇ ਨੇ? ਉਹੀ ਗੱਲ ਮੈਂ ਉੱਥੇ ਆ ਰਿਹਾ ਸੀ ਮੈਮ। ਬਟ ਕੁਆਲਿਟੀ ਐਜੂਕੇਸ਼ਨ ਐਡਾ ਰੋਲ ਨਹੀਂ ਪਲੇ ਕਰਦੀ ਜਿੱਦਾਂ ਕਿ ਜਦੋਂ ਓਪਰਚੁਨਿਟੀਜ਼ ਦੀ ਗੱਲ ਆਉਂਦੀ ਹੈ। ਓਪਰਚੁਨਿਟੀ ਸਾਡੇ ਉਸ ਲੈਵਲ ਦੀਆਂ ਨਹੀਂ ਹੈਗਾ। ਜਿੱਦਾਂ ਅਸੀਂ ਐਗਰੀ ਸਟੇਟ ਆ, ਖੇਤੀਬਾੜੀ ਸਾਡਾ ਮੁੱਖ ਧੰਦਾ, ਤਾਂ ਜਦੋਂ ਬੱਚਾ ਪੜ੍ਹ ਕੇ ਨਿਕਲਦਾ, ਗ੍ਰੈਜੂਏਟ ਕਰਦਾ ਹੈ, ਜੇ ਉਹ ਹੁਣ IT ਸੈਕਟਰ 'ਚ ਜਾਂਦਾ ਹੈ ਜਾਂ ਸਾਇੰਸ ਦੇ ਵਿੱਚ ਜਾਂਦਾ ਹੈ, ਤਾਂ ਸਾਇੰਸ ਨਾਲ ਬੇਸਡ, IT ਨਾਲ ਬੇਸਡ ਸਾਡੇ ਇੰਡਸਟਰੀ ਨਹੀਂ ਹੈਗੀ। ਤੇ ਜੇ ਕਰੀਏ ਇੰਜੀਨੀਅਰਿੰਗ ਦੀ ਸਾਡੀ ਇੰਡਸਟਰੀ ਨਹੀਂ ਕੋਈ ਹੈਗੀ। R&D ਦੀ ਕੋਈ ਸਾਡੇ ਕੁਝ ਨਹੀਂ ਹੈਗਾ। ਤਾਂ ਉਹ ਚੀਜ਼ਾਂ ਤਾਂ ਹੈਗੀਆਂ ਆ। ਤਾਂ ਮਤਲਬ ਬੱਚਾ ਜਾਏਗਾ ਹੀ, ਓਬਵੀਅਸਲੀ ਉਹਦੇ ਕੋਲ ਚਾਰਾ ਨਹੀਂ ਹੈਗਾ ਇੱਥੇ ਕੁਝ ਦਾ, ਫਾਈਨੈਂਸ਼ੀਅਲ ਸਟੇਬਿਲਿਟੀ ਨਹੀਂ ਹੈਗੀ, ਤਾਂ ਉਹ ਜਾਏਗਾ।
ਇਹਦੇ ਤੇ ਐਕਚੁਅਲੀ ਸਰਕਾਰਾਂ ਨੇ ਸ਼ਾਇਦ ਨਹੀਂ ਧਿਆਨ ਦੇ ਪਾਈਆਂ ਉਹ, ਤੇ ਉਹ ਜਦ ਕਿ ਦੇਣਾ ਬਣਦਾ ਹੈਗਾ ਕਿ ਜਿਹੜਾ ਹੁਣ IT ਸੈਕਟਰ ਸਾਡਾ ਬਹੁਤ ਵਧੀਆ ਹੋਣਾ ਚਾਹੀਦਾ, ਐਗਰੀ ਬੇਸਡ ਇਕਨੋਮੀ ਸਾਡੀ ਹੋਣੀ ਚਾਹੀਦੀ ਹੈ, ਐਗਰੀ ਬੇਸਡ ਇੰਡਸਟਰੀ ਹੋਣੀ ਚਾਹੀਦੀ ਹੈ, ਉਹ ਨਹੀਂ ਬਣਾ ਪਾਏ ਅਸੀਂ। ਫੂਡ ਬੇਸਡ ਇੰਡਸਟਰੀ ਆ ਜਿਹੜੀ ਸਾਡੇ ਨਹੀਂ ਹੋ ਪਾਈ, ਕਿੰਨਾ ਅਸੀਂ ਅੰਨ ਪ੍ਰੋਡਿਊਸ ਕਰਦੇ ਹਾਂ, ਕਿੰਨਾ ਅਸੀਂ ਹਾਰਟੀਕਲਚਰ ਜਿਹੜੀ ਇੱਕ ਹੈਗਾ ਸਾਡਾ ਹੈ ਨਾ, ਕਿੰਨੀਆਂ ਮਤਲਬ ਅਸੀਂ ਐਕਸਪੋਰਟ ਕਰਦੇ ਹਾਂ ਬਟ ਉਸ ਲੈਵਲ ਦਾ ਐਕਸਪੋਰਟ ਨਹੀਂ ਕਰ ਪਾਉਂਦੇ। ਉਹ ਕਿਤੇ ਨਾ ਕਿਤੇ ਰਿਹਾ ਹੈ, ਮਤਲਬ ਇੱਕ ਬਹੁਤ ਵੱਡੀ ਤਰਾਸ਼ਦੀ ਵੀ ਹੈਗੀ ਹੈ ਵੀ ਸਾਡੇ ਅਨਐਮਪਲੋਇਮੈਂਟ ਨਹੀਂ ਜਨਰੇਟ ਕਰ। ਤੁਹਾਨੂੰ ਨਹੀਂ ਲੱਗਦਾ ਐਂਟਰਪ੍ਰੀਨਿਓਰਲ ਸਪਿਰਿਟ 'ਚ ਵੀ ਕੋਈ ਕਮੀ ਹੈ? ਉਹ ਉਜਾਗਰ ਕਰਨ ਲਈ ਕੀ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ? ਹਾਂ, ਮਤਲਬ ਐਂਟਰਪ੍ਰੀਨਿਓਰਸ਼ਿਪ ਜਿੰਨੀ ਹੋ ਸਕਦੀ ਹੈ ਪ੍ਰੋਬੇਬਲੀ ਉਹ ਪੋਟੈਂਸ਼ੀਅਲ ਨਾਲ ਨਹੀਂ ਹੋ ਰਹੀ ਹੈ, ਹੈ ਨਾ। ਹੁਣ ਜਿਵੇਂ ਮੈਂ ਪੜ੍ਹ ਰਹੀ ਸੀ ਇੰਡੀਆ ਪੰਜਾਬ ਇਨੋਵੇਸ਼ਨ ਮਿਸ਼ਨ ਬਾਰੇ, ਉਹ ਵੀ ਇੱਕ that is a platform where the youth can engage themselves and explore their skills related to entrepreneurship, but that is not happening. Probably promote ਕਰਨ ਵਿੱਚ ਜਾਂ ਫਿਰ ਇਹ ਜਿਹੀ opportunities ਹੈਗੀਆਂ ਨੇ ਉਹ ਲਾਸਟ ਮਾਈਲ ਤੱਕ ਲੈ ਕੇ ਜਾਣ ਵਿੱਚ ਉਹ 'ਚ ਕਮੀ ਹੈਗੀ ਹੈ। ਜਿਵੇਂ ਅਸੀਂ ਪਿੰਡਾਂ 'ਚ ਵੀ ਜਾਂਦੇ ਹਾਂ ਤਾਂ ਅਸੀਂ ਮਿਲਦੇ ਹਾਂ ਕੁਛ ਯੂਥ ਨੂੰ ਜਿਹੜੇ ਮਾਸਟਰਸ ਡਿਗਰੀ ਕਰਕੇ ਵੀ ਪਿੰਡ ਵਿੱਚ ਹੁੰਦੇ ਆ ਅਤੇ ਦੇਰ ਲਾਈਕ ਕਿ ਸਾਨੂੰ ਗਵਰਨਮੈਂਟ ਓਪਰਚੁਨਿਟੀਜ਼ ਨਹੀਂ ਮਿਲ ਰਹੀਆਂ ਨੇ। ਉਹ ਜਿਹੜਾ ਸੁਸਾਇਟੀ ਦਾ ਇੱਕ ਸੈੱਟ ਢਾਂਚਾ ਹੈਗਾ ਹੈ ਕਿ ਗਵਰਨਮੈਂਟ ਜੌਬਸ ਉਹੀ ਵਧੀਆ ਹੈਗੀਆਂ ਨੇ, ਉਹੀ ਸੈੱਟ ਹੈਗੀਆਂ ਨੇ, ਸਿਕਿਉਰ ਹੈਗੀਆਂ ਨੇ। They don't want to take risk. Right. That risk taking ability is not supported at the rural level at least, है ना, like what we have seen. ਐਂਡ ਜਿਹੜੀ ਸਰਕਾਰ ਵੱਲੋਂ ਜਾਂ ਮਾਰਕੀਟਸ ਵੱਲੋਂ ਜਿਹੜੀ ਪਹੁੰਚ ਹੈ ਉਹ ਵੀ ਪਿੰਡਾਂ ਤੱਕ ਘੱਟ ਗਈ ਹੈ। ਜਿਹੜੇ ਸਾਡੇ ਇੰਡਸਟਰੀਅਲ ਟ੍ਰੇਨਿੰਗ ਇੰਸਟੀਟਿਊਟਸ ਹੁੰਦੇ ਆ, ਇੱਕ ਦੂਜਾ ਟੈਬੂ ਇਹ ਵੀ ਹੁੰਦਾ ਹੈ ਕਿ ਸਭ ਚਾਹੁੰਦੇ ਆ ਕਿ ਸਾਨੂੰ ਇਮੀਡੀਏਟਲੀ ਇੱਕ ਪ੍ਰੋਪਰ ਜੀ ਜੋਬ ਮਿਲ ਜੇ, ਹੈ ਨਾ। ਮਤਲਬ ਇੱਦਾਂ ਨਾ ਹੋਵੇ ਕਿ ਅਸੀਂ ਛੋਟੇ ਤੋਂ ਸ਼ੁਰੂ ਕਰੀਏ ਅਤੇ ਫਿਰ ਵੱਡਾ ਕਰੀਏ, ਬਟ ਐਵਰੀਵਨ ਵਾਂਟਸ ਟੂ ਜਸਟ be at the top, है ना। ਤਾਂ ਉਸ ਕਾਰਨ ਵੀ we don't see the opportunities around us। ਮਤਲਬ ਇੱਕ ਹੁੰਦਾ ਹੈ ਨਾ ਕਿ ਜਿਹੜੀ ਪ੍ਰੋਬਲਮ ਹੈ ਉਹਨੂੰ ਮੈਂ ਕਿਵੇਂ opportunity 'ਚ ਕਨਵਰਟ ਕਰਾਂ। ਆਈ ਥਿੰਕ ਉਹ ਵਾਲੀ ਚੀਜ਼ ਘੱਟ ਦਿਖਦੀ ਹੈ ਇੱਥੇ। ਅੱਛਾ, ਇਹਦੇ ਬਾਰੇ ਜੇ ਆਪਾਂ ਕਾਲਜ ਅਥਾਰਟੀ ਨਾਲ ਗੱਲ ਕਰਦੇ ਹਾਂ, ਸੋ ਦੇ ਲਾਈਕ ਕਿ ਵੱਡੀ ਯੂਨੀਵਰਸਿਟੀਜ਼ ਹੈ, ਪ੍ਰਾਈਵੇਟ ਯੂਨੀਵਰਸਿਟੀਜ਼ ਹੈ, ਬਹੁਤ ਰਿਸਰਚ ਸੈਂਟਰਸ ਵੀ ਨੇ ਅਤੇ ਪਲੇਸਮੈਂਟ ਸੈਂਟਰਸ ਐਵੀਡੈਂਟ ਹੈ ਅਤੇ ਅੱਛੀ ਕੰਪਨੀਜ਼ ਵੀ ਆ ਰਹੀਆਂ ਪਲੇਸਮੈਂਟ ਲਈ। ਤੁਹਾਨੂੰ ਨਹੀਂ ਲੱਗਦਾ ਵੀ rather than just blaming government ਨੂੰ ਜਾਂ ਅਥਾਰਟੀਜ਼ ਨੂੰ, ਇਹ ਸਾਡੀ ਆਪਣੀ ਰਿਸਪੋਂਸਿਬਿਲਿਟੀ ਵੀ ਬਣਦੀ ਹੈ ਟੂ ਇੰਪਰੂਵ ਆਰ ਸਕਿੱਲਸ? ਐਕਚੁਅਲੀ ਇਹਦੇ 'ਚ ਜੋ ਗਗਨ ਦੱਸ ਰਹੇ ਸੀ ਉਹਦੇ ਵਿੱਚ ਇੱਕ ਇਹ ਵੀ ਪੁਆਇੰਟ ਹੈ ਕਿ ਜਦ ਉਹ ਅਪੋਰਚੁਨਿਟੀਜ਼ ਨੂੰ ਗ੍ਰੈਬ ਕਰਦੇ ਨੇ ਅਤੇ ਉਹਨਾਂ ਨੂੰ ਨਾ ਗਾਈਡੈਂਸ ਮਿਲਦੀ, ਨਾ ਫੈਮਿਲੀ ਕੋਲੋਂ ਸਪੋਰਟ, ਸੋਸਾਇਟੀ ਤੋਂ ਸਪੋਰਟ ਨਹੀਂ ਮਿਲਦਾ। ਦੇ ਬਲੇਮ ਦੈਮ ਜਾਂ ਉਹਨਾਂ ਨੂੰ ਡੀਮੋਟੀਵੇਟ ਕਰਦੇ ਨੇ। ਅਤੇ ਇਹ ਫੈਕਟਰ ਵੀ ਬਹੁਤ ਉਸਮੇਂ ਕੰਸਿਸਟੈਂਟ ਹੈਗਾ ਕਿ ਉਹ ਕਰ ਹੀ ਨਹੀਂ ਪਾਉਂਦੇ। ਜਿੱਦਾਂ ਅਸੀਂ ਪਿੰਡ 'ਚ ਜਾਈਏ, ਜੇ ਕੋਈ ਮੁੰਡਾ ਬੋਲੇਗਾ ਨਾ ਮੈਨੂੰ ਕੋਈ ਇਨਵੈਂਸ਼ਨ ਕਰਨੀ ਹੈ, ਉਹਨਾਂ ਨੂੰ ਸਾਰੇ ਟੈਗ ਕਰਨਗੇ ਕਿ ਤੂੰ ਕੁਛ ਹੋਰ ਸੋਚ ਰਿਹਾ ਹੈ ਨਾ, ਕੋਈ ਸਪੋਰਟ ਨਹੀਂ ਕਰੂਗਾ। ਅਤੇ ਫਿਰ ਉਹ ਬਹੁਤ ਵੱਡਾ ਫੈਕਟਰ ਹੋ ਜਾਂਦਾ ਹੈ। ਅਤੇ ਇਹੋ ਐਕਚੁਅਲੀ ਐਜੂਕੇਸ਼ਨ ਵਿੱਚ ਵੀ ਹੈ। ਜਦ ਅਸੀਂ ਗਵਰਨਮੈਂਟ ਸਕੂਲ ਨੂੰ ਰੈਫਰ ਕਰਦੇ ਨਾ ਅਤੇ ਲੋਕਾਂ ਦੇ ਬਹੁਤ ਮਾਈਂਡਸੈਟ ਕ੍ਰੀਏਟ ਹੋਏ ਨੇ ਕਿ ਇੱਦਾਂ ਹੁੰਦਾ ਹੈ, ਉੱਦਾਂ ਹੁੰਦਾ, ਅੱਛੀ ਐਜੂਕੇਸ਼ਨ ਨਹੀਂ ਹੈ। ਅਤੇ ਉਹ ਬੱਚਿਆਂ ਨਾਲ ਛੋਟੇ ਹੁੰਦੇ ਹੀ ਚੱਲਦਾ ਰਹਿੰਦਾ ਹੈ ਅਤੇ ਜਦੋਂ ਵੱਡੇ ਹੁੰਦੇ ਨੇ ਅਤੇ ਫਿਰ ਉਹ ਬਾਹਰ ਦੀ ਲਾਈਫ ਨੂੰ ਹੀ ਪ੍ਰੈਫਰ ਕਰਦੇ ਨੇ ਕਿ ਇੱਥੇ ਕੁਛ ਨਹੀਂ ਹੈ। ਹਾਂਜੀ, ਅਤੇ ਫਿਰ ਅਗੇਨ ਉਹ ਸਪੋਰਟ 'ਤੇ ਹੀ ਆ ਜਾਂਦੇ ਕਿ ਪੇਰੈਂਟਸ ਵੀ ਸਪੋਰਟ ਨਹੀਂ ਕਰਦੇ ਅਤੇ ਉਹਨਾਂ ਦਾ ਮਾਈਂਡਸੈਟ ਵੀ ਇਵੋਲਵ ਨਹੀਂ ਹੁੰਦਾ। ਤੇ ਆਈ ਗੈਸ ਇਹ ਵੀ ਬਹੁਤ ਬੜਾ ਫੈਕਟਰ ਹੈਗਾ ਹੈ। ਜਦ ਕਿ ਉਹ ਬਾਹਰ ਜਾ ਕੇ ਵੀ ਉਦਾਂ ਹੀ ਕਰਦੇ ਨੇ, ਬਸ ਫਿਰ ਉਹ ਤੋਂ ਜ਼ੀਰੋ ਤੋਂ ਸਟਾਰਟ ਕਰਦੇ ਨੇ, ਫਿਰ ਉਹ ਇਨੋਵੇਸ਼ਨ ਲਿਆਉਂਦੇ ਨੇ, ਕੋਈ ਬਿਜ਼ਨਸ ਕਰਦੇ ਨੇ, ਈਵਨ ਹਰ ਇੱਕ ਤਰ੍ਹਾਂ ਦੀ ਜੌਬ ਕਰਦੇ ਨੇ। ਮਤਲਬ ਉੱਥੇ ਕਰਨ ਨੂੰ ਤਿਆਰ ਹੈ, ਇੱਥੇ ਬਿਕੋਜ਼ ਆਫ ਸੋਸ਼ਲ ਸਟਿਗਮਾ ਦੇ ਆਰ ਏਬਲ ਟੂ। ਬਹੁਤ ਵੱਡੀ ਚੀਜ਼ ਹੈਗੀ ਇਹ। ਐਂਡ ਇੱਕ ਚੀਜ਼ ਜਿਵੇਂ ਮਾਨਿਆ ਨੇ ਵੀ ਰੇਸ ਕੀਤੀ ਕਿ ਗਾਈਡੈਂਸ ਜਾਂ ਮੈਂਟਰਸ਼ਿਪ, ਹੈ ਨਾ। ਜਿਵੇਂ ਤੁਸੀਂ ਪੁੱਛਿਆ ਕਿ ਅਸੀਂ ਕੀ ਕਰ ਸਕਦੇ ਹਾਂ, ਤਾਂ ਐਕਚੁਅਲੀ ਯੂਥ ਕੀ ਕਰ ਸਕਦਾ ਹੈ ਕਿ ਉਹ ਕਨੈਕਟ ਕਰ ਸਕਦਾ ਹੈ ਆਪਣੇ ਪਿੰਡ ਵਾਲੇ ਯੂਥ ਨਾਲ, ਸਕੂਲਸ ਨਾਲ। ਅਸੀਂ ਸਕੂਲ ਨਾਲ ਜਾਂਦੇ ਹਾਂ, ਅਸੀਂ ਗੱਲ ਕਰਦੇ ਹਾਂ ਕਿੰਨੇ ਕੁ ਐਲਮਸ ਤੁਹਾਡੇ ਨਾਲ ਕਨੈਕਟਡ ਹੈਗੇ ਨੇ, ਤਾਂ ਵੀ ਹਾਰਡਲੀ ਫਾਈਂਡ ਪੀਪਲ ਹੂ ਆਰ ਕਨੈਕਟਡ ਟੂ government schools from where they've studied। So I think it's really important ਕਿ ਅਸੀਂ ਥੋੜਾ ਜਿਹਾ ਸਟੈਪ ਬੈਕ ਕਰੀਏ, ਦੇਖੀਏ ਕਿ ਐਟਲੀਸਟ ਸਾਡੇ ਪਿੰਡ ਦੇ ਜਿਹੜਾ ਸਕੂਲ ਹੈਗੇ ਆ ਉਹ ਬੱਚਿਆਂ ਨੂੰ ਅਸੀਂ ਕਿਵੇਂ ਸਪੋਰਟ ਕਰ ਸਕਦੇ ਹਾਂ, ਹੈ ਨਾ, ਆਪਣੇ ਲੈਵਲ 'ਤੇ। ਐਂਡ ਦੈਟ ਕੈਨ ਹੈਪਨ ਲਾਈਕ even if we are sitting in Canada, even if we are sitting in any other state of India, so we can always ਆਪਣੇ ਨੈਟਵਰਕਸ ਨੂੰ ਯੂਜ਼ ਕਰਕੇ ਅਸੀਂ ਦੇਖ ਸਕਦੇ ਹਾਂ ਕਿ ਉੱਥੇ ਬੱਚਿਆਂ ਨੂੰ ਅਸੀਂ ਕਿੰਨਾ ਕੁ ਗਾਈਡੈਂਸ ਜਾਂ ਮੈਂਟਰਸ਼ਿਪ ਦੇ ਸਕਦੇ ਹਾਂ। ਇਹ ਜੋ ਆਪਾਂ ਸੋਸ਼ਲ ਸਟਿਗਮਾ ਦੀ ਗੱਲ ਕੀਤੀ ਹੈ, ਜਿਹੜਾ ਸੋਸ਼ਲ ਸਟਰਕਚਰ ਬਣਿਆ ਹੋਇਆ ਹੈ ਐਗਜ਼ਿਸਟਿੰਗ, ਇਹ ਜਿਹੜਾ ਡਿਫਰੈਂਸ ਹੈ ਪੂਅਰ ਤੇ ਰਿਚ ਦੇ ਵਿੱਚ, ਇਹ ਕਿੰਨਾ ਕੁ ਅਫੈਕਟ ਕਰ ਰਿਹਾ ਐਜੂਕੇਸ਼ਨ ਸਿਸਟਮ ਨੂੰ? ਜਿਹੜੇ ਗਵਰਨਮੈਂਟ ਸਕੂਲਸ ਹੈਗੇ ਨੇ ਉਹ ਮਤਲਬ ਇਫ ਯੂ ਗੋ ਐਂਡ ਸੀ ਦੈਟ, ਤਾਂ ਜ਼ਿਆਦਾਤਰ ਜਿਹੜੇ ਮਤਲਬ ਅੰਡਰ ਪ੍ਰਿਵਿਲੇਜਡ ਜਿਹੜੇ ਸੈਗਮੈਂਟ ਆਫ ਸੋਸਾਇਟੀ ਹੈਗੇ ਆ ਉਹਨਾਂ ਦੇ ਹੀ ਬੱਚੇ ਉੱਥੇ ਪੜ੍ਹਦੇ ਨੇ। ਮਤਲਬ ਦੇਰ ਇਜ਼ ਅ ਕਲੀਅਰ ਦਿਸ ਥਿੰਗ ਕਿ ਗਵਰਨਮੈਂਟ ਸਕੂਲ 'ਚ ਅੰਡਰ ਪ੍ਰਿਵਿਲੇਜਡ ਜਿਹੜੇ ਸੋਸਾਇਟੀ ਹੈ ਉਹਨਾਂ ਦੇ ਬੱਚੇ ਹੈਗੇ ਨੇ,
ਐਂਡ ਜਦ ਵੀ ਥੋੜਾ ਜਿਹਾ ਪਿੰਡ 'ਚ ਇਦਾਂ ਹੋ ਜਾਂਦਾ ਹੈ ਕਿ ਅ ਫੈਮਿਲੀ ਇਜ਼ ਵੈਲ ਟੂ ਡੂ ਦੈਨ ਦੇ ਪ੍ਰੈਫਰ ਪ੍ਰਾਈਵੇਟ ਸਕੂਲਸ। ਹੁਣ ਉਹ ਪ੍ਰਾਈਵੇਟ ਸਕੂਲਸ ਕਿੱਦਾਂ ਦੇ ਵੀ ਹੋਣ ਦੈਟ ਡਜ਼ਨਟ ਮੈਟਰ, ਬਿਕੋਜ਼ ਉਹ ਟੈਗ ਹੈਗਾ ਹੈ ਕਿ ਪ੍ਰਾਈਵੇਟ ਸਕੂਲ 'ਚ ਵੈਨ ਆਏਗੀ ਬੱਚੇ ਨੂੰ ਲੈਣ, ਉਹਨਾਂ ਦੇ ਪ੍ਰੋਪਰ ਯੂਨੀਫਾਰਮਸ ਹੋਣਗੇ, ਉਹਨਾਂ ਨੂੰ ਸਭ ਕੁਝ, ਹਾਲਾਂਕਿ ਦਿੱਤੀ ਸਾਰੀਆਂ ਫੈਸਿਲਿਟੀਜ਼ ਗਵਰਨਮੈਂਟ ਸਕੂਲ ਵਿੱਚ ਵੀ ਹੈਗੀ ਹੈ ਨਾ, ਟੀਚਰ ਉੱਥੇ ਹੈਗਾ ਹੈ। ਅਸੀਂ ਮਤਲਬ ਬਹੁਤ ਸਾਰੇ ਪ੍ਰੋਬਲਮਸ ਹੈਗੀ ਹੈ ਗਵਰਨਮੈਂਟ ਸਕੂਲਸ ਦੇ ਨਾਲ ਵੀ, ਪ੍ਰਾਈਵੇਟ ਸਕੂਲਸ ਦੇ ਨਾਲ ਵੀ, ਬਟ ਬਿਕੋਜ਼ ਆਫ ਦ ਸਟਿਗਮਾ ਇਨ ਦ ਸੋਸਾਇਟੀ ਪੀਪਲ ਪ੍ਰੈਫਰ ਕਿ ਅਸੀਂ ਜਦ ਹੋ ਸਕੇ ਅਸੀਂ ਬੱਚੇ ਨੂੰ ਪ੍ਰਾਈਵੇਟ ਸਕੂਲ 'ਚ ਭੇਜੀ। ਐਕਚੁਅਲੀ ਇਹ ਉਦਾਂ ਹੀ ਹੈਗਾ ਨਾ, ਜਿੱਦਾਂ ਮਤਲਬ ਅਗਰ ਬਾਹਰ ਜਾ ਕੇ ਪੜ੍ਹ ਰਿਹਾ ਬੱਚਾ, ਬਾਹਰ ਵਾਲੇ ਸਕੂਲ ਕਿਉਂ ਇੰਨੇ ਐਸਟੈਬਲਿਸ਼ ਨੇ, ਲੋਕੀ ਡਿਮਾਂਡ ਨਹੀਂ ਨਾ ਕਰਦੇ ਹੈਗੇ। ਉਹ ਡਿਮਾਂਡ ਨਹੀਂ ਕਰ ਰਹੇ ਤਾਂ ਪ੍ਰਾਈਵੇਟ ਇੱਕ ਸੰਸਥਾ ਆ ਜਾਂਦੀ ਹੈ, ਉਹ ਪਿੰਡ ਦੇ ਵਿੱਚ ਆਪਣਾ ਸੰਸਥਾ ਖੋਲ੍ਹ ਲੈਂਦੀ ਹੈ ਥੋੜੀ ਜਿਹੀ ਫੀਸ ਦੇ ਵਿੱਚ। ਉਹ ਕਹਿੰਦੇ ਆ ਪ੍ਰਾਈਵੇਟ ਵਾਲਾ ਉਹਦਾ ਟੈਗ ਲੱਗਿਆ ਹੋਇਆ, ਸੋ ਕਾਲ ਪ੍ਰਾਈਵੇਟ ਸਕੂਲ ਹੋ ਗਿਆ ਹੈ ਨਾ, ਜੋ ਵੀ ਹੈਗਾ ਇੱਦਾਂ ਹੋ ਗਿਆ। ਜਦ ਕਿ ਪ੍ਰਾਈਵੇਟ ਪ੍ਰਾਇਮਰੀ ਸਕੂਲ ਦੇ ਵਿੱਚ ਬਹੁਤ ਸਾਰੇ ਸੋਰਸਿਸ ਨੇ ਜਿਹੜੀਆਂ ਹੁਣ ਗਵਰਨਮੈਂਟ ਦੇ ਰਹੀ ਨੇ, ਜਿਹੜੀਆਂ ਪ੍ਰਾਈਵੇਟ ਸਕੂਲ ਦੇ ਵਿੱਚ ਵੀ ਨਹੀਂ ਹੈਗੇ। ਬਟ ਕੀ ਹੈ, ਅਵੇਅਰਨੈਸ ਨਹੀਂ ਹੈਗੀ, ਉਹ ਚੇਤਨਾ ਵੀ ਨਹੀਂ ਹੈਗੀ ਵੀ ਹਾਂ ਪ੍ਰਾਇਮਰੀ ਸਕੂਲ ਸਰਕਾਰੀ ਤਾਂ ਇਦਾਂ ਦੇ ਹੀ ਹੁੰਦੇ ਨੇ। ਉਹ ਇੱਕ ਢਾਂਚਾ ਬਣ ਗਿਆ, ਮਾਈਂਡਸੈਟ ਬਣ ਗਿਆ ਸਾਡੇ ਅੰਦਰ, ਤਾਂ ਉਹ ਸੋਚ ਉੱਦਾਂ ਦੀ ਹੋ ਗਈ, ਨਹੀਂ ਪ੍ਰਾਇਮਰੀ 'ਚ ਤਾਂ ਅਸੀਂ ਨਹੀਂ ਪੜ੍ਹਾਉਣੇ ਸਾਡੇ ਬੱਚੇ ਜਿੱਦਾਂ ਹੁਣ ਗਿਆ ਬੱਸ 'ਚ ਜਾਣਗੇ, ਬੱਸ ਵਾਲਾ ਕਲਚਰ ਉਹ ਹੋ ਗਿਆ ਹੈਗਾ। ਤੇ ਉਸ ਚੀਜ਼ ਨੂੰ ਤੋੜਨ ਦੀ ਮਤਲਬ ਸਾਡੀ ਸੰਸਥਾ ਤਾਂ ਇਸ ਉੱਤੇ ਹੀ ਫੋਕਸ ਕਰਦੀ ਹੈ। ਅਸੀਂ ਵੀ ਮਤਲਬ ਕੋਸ਼ਿਸ਼ ਇਹੀ ਹੁੰਦੀ ਹੈ ਵੀ ਲੋਕਾਂ ਨੂੰ ਘੱਟੋ ਘੱਟ ਇਸ ਬਾਰੇ ਗੱਲ ਤਾਂ ਕਰਨ ਵੀ ਪਿੰਡ ਦਾ ਸਕੂਲ ਹੈ, ਪਿੰਡ ਦਾ ਸਕੂਲ ਕਿਉਂ ਹੈਗਾ। ਗਵਰਨਮੈਂਟ ਨੇ ਇਨਵੈਸਟਮੈਂਟ ਕੀਤੀ ਹੋਈ ਹੈ, ਐਡਾ ਵੱਡਾ ਇਨਫਰਾਸਟ੍ਰਕਚਰ ਹੈਗਾ, ਉੱਥੇ EMPLOYEES ਹੈਗੇ ਨੇ, ਟੀਚਰਸ ਹੈਗੇ ਨੇ, ਕਿਉਂ ਨਾ ਇਹਨੂੰ ਹੋਰ ਬਿਹਤਰ ਬਣਾਇਆ ਜਾਵੇ, ਇਹਨੂੰ ਇਹ ਹੋਰ ਅਸੀਂ ਚਮਕਾਈਏ ਤੇ ਇਹਦੇ ਵਿੱਚ ਇੱਦਾਂ ਦੇ ਟੀਚਰ ਲੈ ਕੇ ਆਈਏ। ਉਹ ਕਿੱਦਾਂ ਆ ਸਕਦੇ ਨੇ, ਉਹ ਪੰਚਾਇਤ ਦੀ ਮਦਦ ਨਾਲ ਆ ਸਕਦੇ ਆ, ਡਿਪਾਰਟਮੈਂਟ ਦੀ ਮਦਦ ਨਾਲ ਆ ਸਕਦੇ ਆ, ਜਾਂ ਇਹਨਾਂ ਦੇ ਵਿੱਚ ਜਿਹੜੇ ਐਨਰੋਲਮੈਂਟ ਹੋਰ ਕਿੱਦਾਂ ਵਧਾਈ ਜਾ ਸਕਦੀ ਆ। ਬਹੁਤ ਸੌਖਾ ਜਿਹਾ ਪ੍ਰੋਸੈਸ ਹੈ, ਬਸ ਕੀ ਉਹ ਮਾਈਂਡਸੈਟ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ, ਉਹ ਕੜੀ ਜੋੜਨ ਦੀ ਜ਼ਰੂਰਤ ਹੈ ਉੱਥੇ। ਤੁਹਾਡੇ ਹਿਸਾਬ ਨਾਲ ਦਿਲਚਸਪ ਤੇ ਪ੍ਰਭਾਵਸ਼ਾਲੀ ਤਰੀਕਾ ਕੀ ਹੈ ਸਿੱਖਿਆ ਦੇਣ ਦਾ, ਜਿਸ ਹਿਸਾਬ ਨਾਲ ਅਸੀਂ ਚੱਲ ਰਹੇ ਹਾਂ ਮੌਜੂਦਾ ਸਥਿਤੀ 'ਚ? ਮਤਲਬ ਡੂ ਯੂ ਰੀਅਲੀ ਥਿੰਕ ਕਿ ਵੀ ਜਸਟਿਸ ਕਰ ਰਹੇ ਹਾਂ ਬੱਚਿਆਂ ਦੇ ਨਾਲ, ਉਹਨਾਂ ਨੂੰ 21ਵੀਂ ਸਦੀ 'ਚ ਸਰਵਾਈਵ ਕਰਨ ਲਈ? ਸੋ ਕਿੱਥੇ ਚੇਂਜ ਦੀ ਲੋੜ ਆ ਤਰੀਕਿਆਂ 'ਚ? ਆਈ ਥਿੰਕ ਸਭ ਤੋਂ ਪਹਿਲਾਂ ਤਾਂ ਓਨਰਸ਼ਿਪ ਲੈਣ ਦੀ ਲੋੜ ਹੈਗੀ ਹੈ। ਸਾਰਿਆਂ ਨੂੰ ਆਪਣੀ ਰਿਸਪੌਂਸਿਬਿਲਿਟੀ ਲੈਣ ਦੀ ਲੋੜ ਹੈ। ਜਿਵੇਂ ਅਸੀਂ ਟੀਚਰਸ ਨਾਲ ਕੰਮ ਕਰਦੇ ਆ ਤਾਂ ਇੱਕ ਜਿਹੜਾ ਪਹਿਲੂ ਸਾਡਾ ਟੀਚਰਸ ਦੇ ਨਾਲ ਕੰਮ ਕਰਨ ਵਾਲਾ ਹੈਗਾ ਹੈ ਕਿ ਟੀਚਰਸ ਇਕੱਠੇ ਆਉਣ ਐਟਲੀਸਟ ਮਹੀਨੇ 'ਚ ਇੱਕ ਵਾਰ, ਤੇ ਉਹ ਆਪਣੀ ਜਿਹੜੀ ਚੁਣੌਤੀਆਂ ਹੈਗੀਆਂ ਨੇ, ਕਿਉਂਕਿ ਜ਼ਿਆਦਾਤਰ ਟੀਚਰਸ ਨੂੰ ਸਿਮਿਲਰ ਚੁਣੌਤੀਆਂ ਆਉਂਦੀਆਂ ਰਹਿੰਦੀਆਂ ਨੇ ਆਪਣੇ ਬੱਚਿਆਂ ਨਾਲ ਨਾ, ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਮਿਲਣ, ਇੱਕ ਸੌਰਟ ਆਫ ਇਹੋ ਜਿਹਾ ਸਪੇਸ ਬਣੇ ਜਿੱਥੇ ਉਹ ਆਪਣੇ ਚੈਲੰਜਸ ਡਿਸਕਸ ਕਰਨ, ਆਪਣੇ ਆਪ ਨੂੰ ਅਪਰੀਸ਼ੀਏਟ, ਇੱਕ ਦੂਜੇ ਨੂੰ ਅਪਰੀਸ਼ੀਏਟ ਕਰਨ ਗੁੱਡ ਪ੍ਰੈਕਟਿਸਿਸ ਨੂੰ ਲੈ ਕੇ, ਤੇ ਫਿਰ ਅੱਗੇ ਥੋੜ੍ਹਾ ਜਿਹਾ ਪਲਾਨ ਵੀ ਬਣਾਏ। ਤਾਂ ਇੱਕ ਤਰੀਕੇ ਦਾ ਪਲੈਨਿੰਗ ਐਂਡ ਇੰਪਲੀਮੈਂਟੇਸ਼ਨ ਦਾ ਸਾਈਕਲ ਅਸੀਂ ਕੋਸ਼ਿਸ਼ ਕਰਦੇ ਹਾਂ ਟੀਚਰਸ ਦੇ ਨਾਲ, ਕਮਿਊਨਿਟੀਜ਼ ਦੇ ਨਾਲ ਵੀ ਅਸੀਂ ਉਹੀ ਕਰਦੇ ਹਾਂ ਕਿ ਪੇਰੈਂਟਸ ਪਹਿਲਾਂ ਐਟਲੀਸਟ ਮੁੱਦੇ ਤਾਂ ਚੱਕਣ, ਜਦੋਂ ਮੁੱਦੇ ਚੱਕਣਗੇ ਫਿਰ ਹੌਲੀ ਹੌਲੀ ਕਰਕੇ ਇੱਕ ਸਟੈਪ ਅੱਗੇ ਵਧਣਗੇ, ਕੌਨਫੀਡੈਂਸ ਆਪਣੇ ਆਪ ਆਏਗਾ, ਹੈ ਨਾ। ਤਾਂ ਇਸ ਤਰੀਕੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਲੋਕ ਆਪਣੀ ਆਪਣੀ ਜ਼ਿੰਮੇਵਾਰੀ ਮਤਲਬ ਉਹ ਰੈਕਗਨਾਈਜ਼ ਕਰਨ ਕਿ ਸਾਡੇ ਬੱਚੇ ਪ੍ਰਤੀ ਕੀ ਜ਼ਿੰਮੇਵਾਰੀ ਹੈਗੀ ਹੈ। ਹੁਣ ਜਿਵੇਂ ਕੋਵਿਡ ਵੀ ਆ ਗਿਆ ਹੈ ਨਾ, ਹੁਣ ਐਜੂਕੇਸ਼ਨ ਆਨਲਾਈਨ ਹੋ ਗਈ ਹੈ, ਬਟ ਜੇ ਤੁਸੀਂ ਐਕਚੁਅਲੀ ਗਵਰਨਮੈਂਟ ਸਕੂਲ 'ਚ ਦੇਖੋ ਤਾਂ ਜਿੰਨੇ ਬੱਚਿਆਂ ਕੋਲ ਫੋਨ ਹੈਗੇ ਹੈ, ਉਹਨਾਂ ਵਿੱਚ ਨੈਟ ਪੈਕ ਪਾਉਣ ਦੀ ਕੈਪੈਸਿਟੀ, ਕੈਪੇਬਿਲਿਟੀ ਹੈਗੀ ਉਹ ਬਹੁਤ ਹੀ ਘੱਟ ਹੈਗੀ ਹੈ। ਤਾਂ ਇੱਥੇ ਸਫਰ ਜੋ ਕਰ ਰਿਹਾ ਹੈ ਉਹ ਬੱਚਾ ਕਰ ਰਿਹਾ ਹੈ, ਬੱਚੇ ਦੀ ਲਰਨਿੰਗ ਕਰ ਰਹੀ ਹੈ। ਤਾਂ ਦੈਨ ਇਟ ਬਿਕਮਸ ਔਨ ਅਸ ਕਿ ਜਿਨ੍ਹਾਂ ਕੋਲ ਹੈਗਾ ਹੈ ਜਾਂ ਜੋ ਵੀ ਅਸੀਂ ਕਰ ਸਕਦੇ ਹਾਂ। ਜਿਵੇਂ ਲਾਸਟ ਈਅਰ ਫਤਿਹਗੜ੍ਹ ਸਾਹਿਬ ਵਿੱਚ ਸਿੱਖਿਆ ਅੰਬੈਸਡਰ ਪ੍ਰੋਗਰਾਮ ਸੀਗਾ, ਜਿੱਥੇ ਪਿੰਡ ਦੇ ਜਿਹੜੇ ਯੂਥ ਸੀਗੇ ਉਹਨਾਂ ਨੇ ਵੋਲੰਟੀਅਰ ਕੀਤਾ ਕਿ ਅਸੀਂ ਬੱਚਿਆਂ ਨੂੰ 1-on-1 ਪੜ੍ਹਾਵਾਂਗੇ, ਕਿਉਂਕਿ ਐਕਚੁਅਲੀ ਜੇ ਅਸੀਂ ਪ੍ਰਾਇਮਰੀ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਆਨਲਾਈਨ ਵੈਸੇ ਵੀ ਇਟ ਇਜ਼ ਵੈਰੀ ਡਿਫਿਕਲਟ ਕਿ ਤੁਸੀਂ 1st to 5th ਵਾਲੇ ਬੱਚੇ ਨੂੰ ਆਨਲਾਈਨ ਪੜ੍ਹਾ ਰਹੇ ਹੋ ਤੇ ਕੁਛ ਉਹ ਸਮਝ ਰਿਹਾ, ਤੁਹਾਨੂੰ ਉਹਨੂੰ ਬਿਠਾ ਕੇ ਉਹਨੂੰ ਦਿਖਾ ਕੇ ਚੀਜ਼ਾਂ ਫਿਰ ਮਤਲਬ ਇੰਗੇਜ ਕਰਨਾ ਹੁੰਦਾ ਹੈ। ਤਾਂ ਮਤਲਬ ਥਿੰਗਸ ਲਾਈਕ ਦੈਟ ਕਿ ਯੂਥ ਅੱਗੇ ਆਏ, ਪਿੰਡ ਦਾ ਯੂਥ ਅੱਗੇ ਆਏ, ਵੋਲੰਟੀਅਰ ਕਰੇ। ਇੰਟਰਨਸ਼ਿਪ ਫੈਲੋਸ਼ਿਪ ਦੀ ਅਸੀਂ ਗੱਲ ਕਰ ਰਹੇ ਸੀਗੇ, ਤੇ ਉਹਦਾ ਕੀ ਸਟੇਟਸ ਹੈ ਐਜੂਕੇਸ਼ਨ ਸਿਸਟਮ 'ਚ, ਤੇ ਇਹ ਜਿਹੇ ਉਪਰਾਲੇ ਇਸ ਖੇਤਰ ਦੇ ਵਿੱਚ ਕਿੰਨੇ ਕੁ ਸਫਲ? ਐਕਚੁਅਲੀ ਜੇ ਥੋੜ੍ਹਾ ਜਿਹਾ ਅਸੀਂ ਪਿੱਛੇ ਜਾਈਏ ਨਾ, ਮਤਲਬ ਜਿਹੜੇ ਪੰਜਾਬ ਦਾ ਜਿਹੜਾ ਐਜੂਕੇਸ਼ਨ ਸਿਸਟਮ ਸੀਗਾ, ਮਤਲਬ ਜਦੋਂ ਪੋਸਟ ਇੰਡੀਪੈਂਡੈਂਸ ਬਹੁਤ ਅੱਛਾ ਸੀਗਾ, ਕਾਫੀ ਚੀਜ਼ਾਂ ਬਹੁਤ ਅੱਛੀਆਂ ਸੀਗੀਆਂ। ਜਿਸ ਤਰੀਕੇ ਨਾਲ ਅਸੀਂ ਜਿੱਥੇ ਅਸੀਂ ਕੰਮ ਹੁਣ ਕਰ ਰਹੇ ਹਾਂ ਨਾ, ਇੱਦਾਂ ਦਾ ਢਾਂਚਾ ਆਲਰੇਡੀ ਐਗਜ਼ਿਸਟ ਕਰਦਾ ਸੀਗਾ। ਪਿੰਡ ਦੇ ਸਕੂਲ ਨੂੰ, ਪਿੰਡ ਦੇ ਟੀਚਰ ਨੂੰ ਪਿੰਡ ਦਾ ਮਤਲਬ ਮਾਣ ਮੰਨਿਆ ਜਾਂਦਾ ਸੀ। ਸਾਡੇ ਪਿੰਡ ਦੇ ਵਿੱਚ ਸਕੂਲ ਹੈ ਤੇ ਉਹ ਪਿੰਡ ਦੇ ਸਕੂਲ ਦੇ ਵਿੱਚ ਸਾਰੀਆਂ ਸੁਵਿਧਾਵਾਂ ਪਿੰਡ ਮੁਹੱਈਆ ਕਰਾਉਂਦਾ ਸੀ। ਸਰਕਾਰ ਤਾਂ ਜਿਹੜਾ ਕਰਾਉਂਦੀ ਸੀਗੀ, ਪਿੰਡ ਵੀ ਦਿੰਦਾ ਸੀਗਾ। ਉਹ ਕਿਤੇ ਨਾ ਕਿਤੇ ਜਦੋਂ
ਗਲੋਬਲਾਈਜੇਸ਼ਨ ਚੀਜ਼ਾਂ ਆ ਗਈਆਂ, ਹੋਰ ਇਕਨੋਮੀ ਦੇ ਵਿੱਚ ਇਦਾਂ ਦੇ ਸਟਰਕਚਰ ਬਣ ਗਏ ਨੇ, ਤਾਂ ਪ੍ਰਾਈਵੇਟਾਈਜੇਸ਼ਨ ਚੀਜ਼ਾਂ ਦੀ ਹੋ ਗਈਆਂ ਹੈਗੀਆਂ, ਤਾਂ ਉਹ ਕਿਤੇ ਨਾ ਕਿਤੇ ਜਿਹੜੀ ਉਹ ਮਾਈਂਡਸੈਟ ਆ ਉਹ ਚੇਂਜ ਹੋ ਗਿਆ ਵੀ ਸਾਰਾ ਕੁਝ ਸਰਕਾਰ ਕਰਕੇ ਦੇਗੀ। ਜਦੋਂ ਤੱਕ ਸਰਕਾਰ ਸਾਰਾ ਕੁਝ ਸੈੱਟ ਨਹੀਂ ਕਰੇਗੀ ਤਾਂ ਸਾਰਾ ਢਾਂਚਾ ਸੈੱਟ ਨਹੀਂ ਹੁੰਦਾ। ਬਟ ਇਦਾਂ ਨਹੀਂ ਹੁੰਦਾ ਹੈਗਾ, ਇਹ ਸਾਨੂੰ ਵੀ ਪਤਾ ਹੈ ਵੀ ਡੈਮੋਕ੍ਰੇਸੀ ਦੀ ਇੱਕ ਨਾ ਬਿਊਟੀ ਹੈ ਵੀ ਜਦੋਂ ਤੱਕ ਡੈਮੋਕ੍ਰੇਸੀ ਐਨ ਗ੍ਰਾਸ ਰੂਟ ਲੈਵਲ ਤੱਕ ਮੈਂ ਡੈਮੋਕ੍ਰੇਟਿਕ ਹਾਂ ਤਾਂ ਹੀ ਆ ਜੇ ਮੈਂ ਉਸ ਚੀਜ਼ ਨੂੰ ਫੋਲੋ ਕਰਦਾ। ਬਸ ਉਹ ਚੇਤਨਾ ਸਾਡੇ ਅੰਦਰ ਕਿਤੇ ਨਾ ਕਿਤੇ ਨਹੀਂ ਆ ਪਾਉਂਦੀ ਵੀ ਅਸੀਂ ਸਕੂਲ ਦੀ ਗੱਲ ਹੀ ਨਹੀਂ ਕਰਦੇ। ਸਕੂਲ ਦੀ ਜਦੋਂ ਗੱਲ ਹੁੰਦੀ ਹੈ, ਇੱਕ ਪ੍ਰਾਈਵੇਟ ਸਕੂਲ ਦੀ ਗੱਲ ਹੁੰਦੀ ਆ, ਜਿਹੜਾ ਸਰਕਾਰੀ ਸਕੂਲ ਹੈ ਉਹ ਤਾਂ ਸਰਕਾਰ ਦਾ ਹੈ, ਸਾਡਾ ਨਹੀਂ ਹੈਗਾ। ਜਿਹੜੇ ਉੱਥੇ ਬੱਚੇ ਪੜ੍ਹਦੇ ਆ ਉਹ ਸਾਡੇ ਨਹੀਂ ਹੈਗੇ, ਕਿਸੇ ਹੋਰ ਦੇ ਆ। ਉਹ ਦੂਸਰੀ ਗੱਲ ਜਿੱਦਾਂ ਗਗਨ ਕਰ ਰਹੇ ਸੀਗੇ ਵੀ ਜਿਹੜੇ ਟੀਚਰਸ ਹੈਗੇ ਨੇ ਉਹ ਕਾਫੀ ਆਈਸੋਲੇਸ਼ਨ 'ਚ ਕੰਮ ਕਰ ਰਹੇ ਨੇ। ਆਈਸੋਲੇਸ਼ਨ ਇਨ ਸੈਂਸ ਕਿ ਉਹਨਾਂ ਨੂੰ ਕੁਝ ਉੱਪਰੋਂ ਆਰਡਰ ਆਉਂਦਾ ਤਾਂ ਉਹ ਇੰਪਲੀਮੈਂਟ ਕਰਦੇ ਨੇ। ਉਹਨਾਂ ਦਾ ਨਾ ਤਾਂ ਪਿੰਡ ਦੀ ਕਮਿਊਨਿਟੀ ਨਾਲ ਤਾਲਮੇਲ ਆ, ਨਾ ਬੱਚਿਆਂ ਨਾਲ ਤਾਲਮੇਲ ਹੋ ਪਾਉਂਦਾ ਹੈ, ਤੇ ਉਹ ਉਸ ਮਤਲਬ ਸਮੱਸਿਆ ਦਾ ਹੱਲ ਤਾਂ ਬਹੁਤ ਦੂਰ ਦੀ ਗੱਲ, ਸਮੱਸਿਆ ਦੇ ਵਿੱਚ ਹੀ ਉਲਝੇ ਰਹਿੰਦੇ ਨੇ। ਤੇ ਜੇ ਹੁਣ ਉਹ ਸਮੱਸਿਆ ਦੀ ਗੱਲ ਕਰਨੀ ਸ਼ੁਰੂ ਹੋਵੇ, ਕਿੱਥੋਂ ਸ਼ੁਰੂ ਹੋਗੀ? ਉਹ ਕਮਿਊਨਿਟੀ ਤੋਂ ਸ਼ੁਰੂ ਹੋਊਗੀ। ਪਿੰਡ ਦੇ ਲੋਕ ਕਰਨਗੇ, ਪੇਰੈਂਟਸ ਕਰਨਗੇ, ਜਿਹੜੇ ਸਟਰਕਚਰ ਬਣੇ ਹੋਏ ਨੇ, SMC ਬਣੀ ਹੋਈ ਹੈ, ਸਕੂਲ ਮੈਨੇਜਮੈਂਟ ਕਮੇਟੀ ਬਣੀ ਹੋਈ ਹੈ, ਉਹਦੇ ਵਿੱਚ ਪੇਰੈਂਟਸ ਇਨਵੋਲਵ ਹੁੰਦੇ ਨੇ, ਉਹ ਗੱਲ ਹੀ ਨਹੀਂ ਕਰਦੇ। ਤਾਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ 'ਤੇ ਚਾਨਣਾ ਪਾਇਆ ਜਾਵੇ ਵੀ ਇੱਦਾਂ ਦੇ ਸਟਰਕਚਰ ਨੇ ਜਿਹੜੇ ਪਿੰਡ ਪੇਰੈਂਟਸ ਨੇ ਉਹ ਫੁੱਲੀ ਇਨਵੋਲਵ ਹੋ ਸਕਦੇ ਆ ਸਕੂਲ ਦੇ ਰੱਖ ਰਖਾਵ ਦੇ ਵਿੱਚ, ਕੁਆਲਿਟੀ ਐਜੂਕੇਸ਼ਨ ਦੀ ਗੱਲ ਕਰ ਸਕਦੇ ਆ। ਸਕੂਲ ਨਾਲ ਵੀ, ਡਿਪਾਰਟਮੈਂਟ ਦੇ ਨਾਲ ਵੀ ਇੰਨੇ ਅਧਿਕਾਰ ਹੈਗੇ ਨੇ, ਕਾਨੂੰਨੀ ਅਧਿਕਾਰ ਨੇ ਉਹਨਾਂ ਕੋਲ, ਤੇ ਉਹਨਾਂ ਦੀ ਗੱਲ ਕਰ ਸਕਦੇ ਹਾਂ। ਦੂਸਰਾ, ਹੁਣ ਆਪਾਂ ਫੈਲੋਸ਼ਿਪ ਤੇ ਗੱਲ ਤੇ ਆਉਂਦੇ ਹਾਂ। ਤੁਸੀਂ ਫੈਲੋਸ਼ਿਪ ਦੀ ਗੱਲ ਕਰ ਰਹੇ ਸੀ। ਸਾਂਝੀ ਸਿੱਖਿਆ ਵੱਲੋਂ ਨਾ ਇੱਕ ਇਨੀਸ਼ੀਏਟਿਵ ਲਿਆ ਗਿਆ ਸੀਗਾ ਜਦੋਂ ਸਾਂਝੀ ਸਿੱਖਿਆ ਦੀ ਸ਼ੁਰੂਆਤ ਹੋਈ ਸੀ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਤੋਂ, ਤਾਂ ਉਹਦੇ ਵਿੱਚ 2 ਸਾਲਾ ਫੈਲੋਸ਼ਿਪ ਪ੍ਰੋਗਰਾਮ ਜਿਹੜਾ ਅਸੀਂ ਚਲਾਇਆ ਸੀਗਾ, ਹੈ ਨਾ। ਤੇ ਜਿਸ ਤਰੀਕੇ ਨਾਲ ਹੁਣ ਸਾਂਝੀ ਸਿੱਖਿਆ 3 ਡਿਸਟ੍ਰਿਕਟ ਦੇ ਵਿੱਚ ਕੰਮ ਕਰ ਰਹੀ ਹੈ, ਫਤਿਹਗੜ੍ਹ ਸਾਹਿਬ, ਰੂਪਨਗਰ ਤੇ ਪਟਿਆਲਾ ਦੇ ਵਿੱਚ। ਤਾਂ ਫੈਲੋਸ਼ਿਪ 'ਚ ਇਹ ਸੀਗਾ ਵੀ ਬੱਚੇ ਆਲ ਓਵਰ ਇੰਡੀਆ ਆਉਂਦੇ ਨੇ, ਗ੍ਰਾਸ ਰੂਟ ਲੈਵਲ ਤੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਕੰਮ ਕਰਦੇ ਨੇ, ਖਾਸ ਕਰ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ, ਸਕੂਲਾਂ ਦੇ ਨਾਲ, ਪਿੰਡ ਦੇ ਨਾਲ, ਪਿੰਡ ਦੀ ਪੰਚਾਇਤ ਦੇ ਨਾਲ, ਤੇ ਉਹਨੂੰ ਹੋਰ ਕਿੱਦਾਂ ਬਿਹਤਰ ਕੀਤਾ ਜਾ ਸਕਦਾ। ਜਿਹੜੇ ਢਾਂਚੇ ਬਣੇ ਹੋਏ ਨੇ, ਜਿਹੜੇ ਸਟਰਕਚਰ ਐਗਜ਼ਿਸਟਿੰਗ ਹੈਗੇ ਨੇ ਸਾਡੇ, ਚਾਹੇ ਉਹ ਸਕੂਲ ਹੈ, ਚਾਹੇ ਉਹ ਪੰਚਾਇਤ ਨੇ, ਉਹਨਾਂ ਦੀ ਆਪਸ 'ਚ ਭਾਗੀਦਾਰੀ ਕਿੱਦਾਂ ਹੋਰ ਸਟਰੋਂਗ ਹੋ ਸਕਦੀ ਹੈ, ਚਾਹੇ ਉਹ ਯੂਥ ਕਲੱਬਸ ਨੇ, ਤੇ ਉਹਨਾਂ ਸਟਰਕਚਰ ਜਿਹੜੀ ਸਾਡੇ ਡੀਸੈਂਟਰਲਾਈਜੇਸ਼ਨ ਆਫ ਐਜੂਕੇਸ਼ਨ ਉਹ ਕਿੱਦਾਂ ਹੋ ਸਕਦਾ ਵੀ ਐਜੂਕੇਸ਼ਨ ਨਹੀਂ ਕੋਈ ਬਾਹਰੋਂ ਨਹੀਂ ਆਏਗਾ, ਅਸੀਂ ਐਜੂਕੇਸ਼ਨ ਆਪਣੇ ਪਿੰਡ ਦੇ ਲੋਕ ਆਪ ਹੀ ਤਿਆਰ ਕਰਨਗੇ, ਕਿੱਦਾਂ ਦਾ ਸਾਨੂੰ ਨੀਡ ਹੈਗੀ ਹੈ। ਤੇ ਉਹ ਫੈਲੋਸ਼ਿਪ ਪ੍ਰੋਗਰਾਮ ਚੱਲ ਰਿਹਾ, ਬਹੁਤ ਅੱਛਾ ਚੱਲਦਾ ਪਿਆ, ਤੇ ਇੱਕ ਡਿਸਟ੍ਰਿਕਟ 'ਚ ਕੰਪਲੀਟ ਹੋ ਚੁੱਕਿਆ, 2 ਡਿਸਟ੍ਰਿਕਟ ਦੇ ਵਿੱਚ ਚੱਲਦਾ ਪਿਆ ਹੈਗਾ, ਤੇ ਉਹਦੀਆਂ ਜਿਹੜੀਆਂ ਐਪਲੀਕੇਸ਼ਨ ਹੁਣ ਵੀ ਓਪਨ ਹੈਗੀਆਂ ਨੇ। ਤੇ ਜਿਹੜੇ ਯੂਥ ਚਾਹੁੰਦਾ ਵੀ ਅਗਰ ਉਹ ਇੱਦਾਂ ਦਾ ਐਕਸਪੋਜ਼ਰ ਲੈਣਾ ਚਾਹੁੰਦਾ ਵੀ ਗਰਾਊਂਡ 'ਤੇ ਜਾ ਕੇ ਕੀ ਰਿਐਲਿਟੀ ਹੈ, ਤੇ ਸਿੱਖਣਾ ਚਾਹੁੰਦਾ ਹੈ ਨਾ ਵੀ ਕਿੱਦਾਂ ਉਹ ਸਿਸਟਮ ਚੇਂਜ ਦੀ ਗੱਲ ਕਰਦੇ ਹਾਂ ਜੇ ਆਪਾਂ, ਤੇ ਉਹਦੇ ਵਿੱਚ ਇਨਵੋਲਵ ਹੋ ਕੇ ਆਪਣੀਆਂ ਸਕਿੱਲਸ ਨੂੰ ਇੰਪਰੂਵ ਕਰਨਾ ਚਾਹੁੰਦਾ, ਤਾਂ ਬਹੁਤ ਅੱਛੀ ਇਨੀਸ਼ੀਏਟਿਵ ਲੈ ਚੁੱਕੇ ਹੋ। ਹਾਂਜੀ, ਤੇ ਇਸ ਦੇ ਵਿੱਚ ਹੀ ਮੈਂ ਐਡ ਕਰਨਾ ਚਾਹੂੰਗੀ ਕਿ ਜਿਵੇਂ ਅਸੀਂ ਗੱਲ ਕਰ ਰਹੇ ਸੀ ਨਾ ਕਿ ਲਰਨਿੰਗ ਦੇ ਅਲੱਗ-ਅਲੱਗ ਮੈਥਡਸ ਹੋ ਸਕਦੇ ਨੇ, ਹੈ ਨਾ। ਬੱਚਾ ਕਿਤਾਬਾਂ ਤੋਂ ਪੜ੍ਹ ਸਕਦਾ, ਬਟ ਬੱਚਾ ਐਕਸਪਲੋਰ ਵੀ ਕਰ ਸਕਦਾ ਹੈ। ਤਾਂ ਇੱਕ ਤਰੀਕੇ ਨਾਲ ਮਤਲਬ ਅਸੀਂ ਇਹ ਮਤਲਬ ਸਾਡੀ ਟੀਮ ਦਾ ਜਿਹੜਾ ਕੰਮ ਹੈਗਾ ਉਹ ਐਕਸਪਲੋਰੇਟਿਵ ਹੀ ਹੈਗਾ ਕਿ ਅਸੀਂ ਗਰਾਊਂਡ 'ਤੇ ਜਾ ਕੇ ਦੇਖੀਏ ਕਿ ਕੀ ਚੱਲ ਰਿਹਾ ਹੈ, ਤੇ ਉਹਦੇ ਨਾਲ ਆਪਣੀ ਗਰੋਥ ਵੀ ਕਰੀਏ। ਇਹਦੇ ਵਿੱਚ ਪ੍ਰੋਜੈਕਟਸ ਹੁੰਦੇ ਆ ਜਿਹੜੇ ਫੈਲੋ ਆਪਣੇ ਆਪ ਮਤਲਬ ਆਪਣੇ ਚੋਇਸ ਬੇਸਡ ਪ੍ਰੋਜੈਕਟ ਲੈਂਦਾ ਹੈ, ਤੇ ਅਸੀਂ ਹੈਲਪ ਕਰਦੇ ਆ ਉਹਨਾਂ ਨੂੰ ਕਿ ਉਹ ਕਿਵੇਂ ਉਹ ਐਗਜ਼ੀਕਿਊਟ ਕਰ ਸਕਦੇ ਆ। ਤਾਂ ਇੱਕ ਸੌਰਟ ਆਫ ਮਿਨੀ ਪ੍ਰੋਜੈਕਟਸ ਵੀ ਮਿਲਦੇ ਆ ਉਹਨਾਂ ਨੂੰ ਓਵਰ ਦਿਸ 2 year ਜਰਨੀ। ਐਂਡ ਉਸ ਦੇ ਨਾਲ ਕਿਉਂਕਿ ਕਾਫੀ ਜ਼ਿਆਦਾ ਮਤਲਬ ਸਾਇਲੈਂਸ ਐਂਡ ਰਿਫਲੈਕਸ਼ਨ ਵੀ ਇੰਪੋਰਟੈਂਟ ਹੈਗਾ, ਜਿੰਨਾ ਐਕਸ਼ਨ ਇੰਪੋਰਟੈਂਟ ਹੈਗਾ, ਤਾਂ ਸਾਡੀ ਜਿਹੜੀ ਕਮਿਊਨਿਟੀ ਹੈਗੀ ਆ ਅਸੀਂ ਉਸ ਦੇ ਉੱਤੇ ਵੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕੌਨਸ਼ੀਅਸਲੀ ਕੰਮ ਕਰੀਏ। ਮਤਲਬ ਇਨਰ ਵੈਲਬੀਇੰਗ ਤੇ ਵੀ ਮਤਲਬ ਫੈਲੋਜ਼ ਨੂੰ ਕੰਮ ਕਰਵਾਇਆ ਜਾਂਦਾ ਹੈ, ਤੇ ਉਹਦੇ ਤੇ ਪ੍ਰੈਕਟਿਸਿਸ ਹੁੰਦੀਆਂ। ਤੁਸੀਂ ਆਲਰੇਡੀ ਇਨੀਸ਼ੀਏਟਿਵ ਲੈ ਚੁੱਕੇ ਹੋ। ਹਾਂਜੀ ਹਾਂਜੀ ਹਾਂ। ਚੁਣਾਵ ਆਉਣ ਵਾਲੇ, ਉਹਦੇ 'ਚ ਕਿੰਨਾ ਕੁ ਰੁਝਾਵ ਹੈ ਤੁਹਾਡਾ? ਬਿਕਾਜ਼ ਚੇਂਜ ਇਜ਼ ਨੀਡਡ ਆ। ਨਹੀਂ, ਡੈਮੋਕ੍ਰੇਸੀ ਦੀ ਇਹ ਮਤਲਬ ਖਾਸੀਅਤ ਹੈ, ਚੁਣਾਵ ਤਾਂ ਮਤਲਬ ਹੋਣੇ ਵੀ ਹੋ ਰਹੇ ਹੈ, ਤੇ ਚੇਂਜ ਬਹੁਤ ਜ਼ਰੂਰੀ ਵੀ ਹੈਗਾ ਜੀ। ਕਿਹੜੇ ਸੈਕਟਰਸ 'ਚ ਬਿਹਤਰੀ ਦੀ ਉਮੀਦ ਕੀਤੀ ਜਾ ਸਕਦੀ ਹੈ? ਤੇ ਦੇਖੋ, ਅਸੀਂ ਸਿੱਖਿਆ ਸੈਕਟਰ ਨਾਲ ਜੁੜੇ ਹੋਏ ਆ, ਤਾਂ ਅਸੀਂ ਤਾਂ ਇਹੀ ਚਾਹਾਂਗੇ, ਰਿਫਾਰਮਸ ਨੀਡਡ ਹੈਗੇ ਨੇ, ਕਾਫੀ ਰਿਫਾਰਮਸ ਦੀ ਨੀਡ ਹੈਗੀ ਆ, ਤੇ ਉਹ ਜ਼ਰੂਰੀ ਹੈਗਾ। ਬਿਲਕੁਲ, ਐਜੂਕੇਸ਼ਨ ਪ੍ਰਾਇਮਰੀ ਲੈਵਲ ਤੇ, ਲੇਕਿਨ ਪੰਜਾਬ ਨੂੰ ਵੈਸੇ ਦੇਖੀਏ ਤਾਂ ਹੁਣ ਜਿਵੇਂ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਸੀ, ਤਾਂ ਆਈ ਥਿੰਕ ਐਗਰੀਕਲਚਰ ਨੂੰ ਵੀ ਬਹੁਤ ਜ਼ਿਆਦਾ ਨੀਡ ਹੈ ਕਿ ਕੁਝ ਕੰਟੈਕਸਚੁਅਲ ਲੈ ਕੇ ਆਇਆ ਜਾਏ, ਅਵੇਅਰਨੈਸ ਲੈ ਕੇ ਆਈ ਜਾਏ, ਹੈ ਨਾ, ਇਨ ਦ ਫੀਲਡ ਆਫ ਐਗਰੀਕਲਚਰ, ਗਿਵਨ ਕਿ ਪੰਜਾਬ ਹੈਗਾ ਹੀ ਐਗਰੀਕਲਚਰ ਸਟੇਟ ਹੈਗਾ। ਤੇ ਉਸ ਤੋਂ ਇਲਾਵਾ ਆਈ ਥਿੰਕ ਉੱਦਾਂ ਹੀ ਬਿਕੋਜ਼ ਜਿਹੜੇ ਪਿਲਰਸ ਹੈਗੇ ਨੇ ਸੋਸਾਇਟੀ ਦੇ, ਹੈਲਥ ਤੇ ਐਜੂਕੇਸ਼ਨ, ਜਿਵੇਂ ਉਹਨਾਂ ਦੀ ਗੱਲ ਕੀਤੀ ਜਾਂਦੀ ਹੈ,
ਤਾਂ ਸਪੈਸ਼ਲੀ ਇਹਨਾਂ ਉੱਤੇ ਕੀ ਇਨੀਸ਼ੀਏਟਿਵਸ ਜਿਹੜੇ ਵੀ ਪੋਟੈਂਸ਼ੀਅਲ ਪਾਰਟੀਜ਼ ਹੋਣਗੇ ਉਹ ਕੀ ਲੈਣਗੇ, ਉਹਨਾਂ ਦਾ ਮੈਨੀਫੈਸਟੋ ਦੇ ਵਿੱਚ ਉਹਨਾਂ ਦੀ ਕੀ ਮਤਲਬ ਇਨੀਸ਼ੀਏਟਿਵਸ ਹੋਣਗੇ, ਉਹ ਵੀ ਇੰਪੋਰਟੈਂਟ, ਕਾਫੀ ਇੰਪੋਰਟੈਂਟ ਰਹਿੰਦਾ ਹੈ। ਅੱਛਾ, ਲਾਸਟਲੀ ਤੁਸੀਂ ਗਰਾਊਂਡ ਲੈਵਲ ਤੇ ਬਹੁਤ ਕੰਮ ਕੀਤਾ ਹੋਇਆ ਹੈ, ਯੂਥ ਆਈਕਨ ਹੋ ਤੁਸੀਂ, ਪੰਜਾਬ ਦੀ ਯੁਵਾ ਪੀੜ੍ਹੀ ਦੇ ਵਿੱਚ ਰਹੇ ਹੋ। ਮੈਨੂੰ ਇਹ ਦੱਸੋ ਕਿ ਅਪਾਰਟ ਫਰਮ ਐਜੂਕੇਸ਼ਨ ਕ੍ਰਾਈਸਿਸ ਹੋਰ ਕਿਹੜੀ ਸਮੱਸਿਆਵਾਂ ਨੇ ਜਿਹਦੇ ਕਰਕੇ ਗਰੋਥ ਰੁਕੀ ਹੋਈ ਹੈ ਗਰਾਊਂਡ ਲੈਵਲ ਤੇ? ਜਿਸ ਤਰ੍ਹਾਂ ਜਿਹੜਾ ਹੈਲਥ ਸੈਕਟਰ ਹੈ ਸਾਡਾ, ਉਹ ਵੀ ਕਾਫੀ ਸਫਰ ਕਰ ਰਿਹਾ ਹੈਗਾ। ਤੇ ਦੂਸਰਾ, ਜਿੱਦਾਂ ਪਹਿਲਾਂ ਗੱਲ ਆਪਾਂ ਕਰ ਰਹੇ ਸੀ, EMPLOYMENT ਲਈ ਆਪਾਂ ਕੀ ਕਰ ਸਕਦੇ ਹਾਂ, ਜਿਹੜਾ ਸਟਾਰਟਅਪ ਕਲਚਰ ਹੈ, ਇੱਦਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਤੀਸਰਾ, ਪਬਲਿਕ ਟਰਾਂਸਪੋਰਟੇਸ਼ਨ ਅਸੀਂ ਇਸ਼ੂ ਕਰ ਰਹੇ ਸੀ, ਬਹੁਤ ਵੱਡੀ ਹੈ, ਉਹਦੇ ਵਿੱਚ ਰਿਫਾਰਮ ਦੀ ਜ਼ਰੂਰਤ ਹੈਗਾ। ਇੱਕ ਬਹੁਤ ਹੋਰ ਚੀਜ਼ ਹੈ, ਪੰਜਾਬ 'ਚ ਪੋਟੈਂਸ਼ੀਅਲ ਹੈਗਾ ਐਗਰੀ ਟੂਰਿਜ਼ਮ ਦਾ। ਹਾਂ, ਤੇ ਟੂਰਿਜ਼ਮ ਸੈਕਟਰ ਸਾਡੇ ਪ੍ਰਮੋਟ ਨਹੀਂ ਕੀਤਾ ਜਾਂਦਾ। ਪੰਜਾਬ ਹਲੇ ਵੀ ਲੁਕਿਆ ਹੋਇਆ ਹੈ, ਸਾਡੇ ਟੂਰਿਜ਼ਮ ਉੱਦਾਂ ਦਾ ਨਹੀਂ ਹੈਗਾ ਜਿੱਦਾਂ ਦੇ ਸਾਡੇ ਨੇਬਰਿੰਗ ਸਟੇਟਸ ਹੈਗੀਆਂ ਨੇ। ਤੇ ਉਹਦੇ ਵਿੱਚ ਬਹੁਤ ਸਾਰੀਆਂ ਓਪਰਚੁਨਿਟੀਜ਼ ਨੇ ਜਿਹਦੀਆਂ ਮਤਲਬ ਜੌਬ ਓਰੀਐਂਟਡ, ਉਹਨਾਂ ਨੂੰ ਬੱਚਿਆਂ ਨੂੰ, ਸਾਡੇ ਜਿਹੜੇ ਯੂਥ ਹੈਗਾ ਉਹ ਉੱਥੋਂ ਕਾਫੀ ਚੀਜ਼ ਕਮਾਈ ਕਰ ਸਕਦੇ ਨੇ। ਤੇ ਇੱਦਾਂ ਦੇ ਉੱਤੇ ਅਗਰ ਗਵਰਨਮੈਂਟ ਕੁਛ ਇੱਦਾਂ ਦੀ ਪਾਲਿਸੀ ਲੈ ਕੇ ਆਉਂਦੀ ਹੈ ਤਾਂ ਬਹੁਤ ਅੱਛਾ ਹੋ ਜਾਏਗਾ। ਬਾਕੀ ਬੇਸਿਕਲੀ ਤਾਂ ਐਜੂਕੇਸ਼ਨ, ਹੈਲਥ ਐਂਡ ਜਿਹੜਾ ਇਨਫਰਾਸਟ੍ਰਕਚਰ ਹੈ, ਇਹ ਮਤਲਬ ਹੋਰ ਇਹਦੇ ਲਈ ਵਧੀਆ ਪਾਲਿਸੀਜ਼ ਆਉਣ ਤਾਂ ਬਿਹਤਰੀ ਦੀ ਗੱਲ ਹੋਏਗੀ। ਸੋ ਦ ਫਾਊਂਡੇਸ਼ਨ ਆਫ ਐਵਰੀ ਸਟੇਟ ਇਜ਼ ਇਨ ਦ ਐਜੂਕੇਸ਼ਨ ਆਫ ਯੂਥ। ਮੋਰ ਪਾਵਰ ਟੂ ਯੂ, ਤੁਸੀਂ ਅਵੇਅਰ ਹੋ, ਇਨਫੋਰਮਡ ਹੋ, ਅਵੇਅਰਨੈਸ ਲਈ ਕੰਮ ਕਰ ਰਹੇ ਹੋ। ਪੰਜਾਬ ਟੂਡੇ ਚੈਨਲ ਇਜ਼ ਆਲਸੋ ਵਰਕਿੰਗ ਵਿਦ ਦ ਸੇਮ ਵਿਜ਼ਨ। ਵੀ ਆਰ ਰੀਅਲੀ ਡਿਲਾਈਟਡ ਟੂ ਬੀ ਐਸੋਸੀਏਟਡ ਵਿਦ ਯੂ। ਅਗਲੀ ਵਾਰ ਫਿਰ ਗੱਲ ਕਰਦੇ ਹਾਂ ਕਿਸੇ ਇੰਪੋਰਟੈਂਟ ਮੁੱਦੇ ਬਾਰੇ। ਥੈਂਕ ਯੂ। ਥੈਂਕ ਯੂ।